ਤਕਰੀਬਨ ਸਾਰੇ ਜਣੇ ਜਾਣਗੇ ਅਸੀਂ ਖੁਦਾ ਦੇ ਵਚਨ ਨੂੰ ਸਿੱਖਣ ਦੇ ਲਈ ਆਪਾਂ ਇਕੱਠੇ ਹੋ ਰਹੇ ਹਾਂ। ਅਸੀਂ ਆਪਣੇ ਪਰਮੇਸ਼ਰ ਨੂੰ ਜਿਹਨੇ ਸਾਨੂੰ ਸਿਰਜਣਾ ਕੀਤੀ ਆ, ਰਚਿਆ ਆ, ਉਹਨੂੰ ਜਾਣਨ ਲਈ ਆਪਾਂ ਇਕੱਠੇ ਹੋ ਰਹੇ ਹਾਂ। ਹਾਲੇਲੂਇਆ ਹਾਲੇਲੂਇਆ। ਬਾਕੀ ਤਕਰੀਬਨ ਹਰ ਥਾਂ ਤੇ ਲੋਕੀ ਰੱਬ ਨੂੰ ਜਾਣਨ ਲਈ ਨਹੀਂ ਇਕੱਠੇ ਹੋ ਰਹੇ, ਆਪਣੀਆਂ ਇੱਛਾਵਾਂ ਪੂਰੀਆਂ ਕਰਾਉਣ ਲਈ ਇਕੱਠੇ ਹੋ ਰਹੇ। ਹਾਲੇਲੂਇਆ ਹਾਲੇਲੂਇਆ। ਲੇਕਿਨ ਖੁਦਾ ਦਾ ਸ਼ੁਕਰ ਹੋਵੇ ਕਿ ਆਪਾਂ ਉਹਦੀ ਇੱਛਾ ਨੂੰ ਜਾਣਨ ਲਈ ਇਕੱਠੇ ਹੋ ਰਹੇ ਹਾਂ। ਅੱਜ ਮੰਦਿਰਾਂ, ਮਸਜਿਦਾਂ, ਗੁਰਦੁਆਰਿਆਂ, ਚਰਚਾਂ ਦੇ ਵਿੱਚ ਭੀੜਾਂ ਲੱਗੀਆਂ ਹੋਈਆਂ ਆ ਕਿ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਵਾ ਲੈਣ, ਤੇ ਇੱਛਾ ਪੂਰੀ ਹੁੰਦੀ ਵੀ ਆ ਉਹਨਾਂ ਦੀ। ਹਾਲੇਲੂਇਆ ਹਾਲੇਲੂਇਆ। ਇਹਦਾ ਮਤਲਬ ਇਹ ਨਹੀਂ ਕਿ ਇੱਛਾ ਨਹੀਂ ਪੂਰੀ ਹੋ ਰਹੀ, ਬਿਮਾਰੀ ਚੰਗੀ ਹੋ ਰਹੀ, ਕਾਰੋਬਾਰ ਠੀਕ ਹੋ ਰਹੇ, ਸਿਹਤ ਤੰਦਰੁਸਤੀ ਮਿਲ ਰਹੀ ਆ। ਲੇਕਿਨ ਇਹ ਜਿਹੜਾ ਜੋ ਕੁਝ ਵੀ ਆ, ਖਾਣ ਪੀਣ, ਪਹਿਨਣ ਪਚਣ, ਇਹ ਸਾਰਾ ਤਾਂ ਜਾਨਵਰਾਂ ਦੇ ਲਈ ਵੀ ਖੁਦਾ ਨੇ ਇੰਤਜ਼ਾਮ ਕਰਕੇ ਰੱਖਿਆ ਪਿਆ। ਸੋ ਖੁਦਾ ਦਾ ਪਿਆਰ ਆ ਕਿ ਉਹ ਸਾਨੂੰ ਸਾਰੀਆਂ ਚੀਜ਼ਾਂ ਕੀ ਕਰਦਾ ਆ, ਮੁਹੱਈਆ ਕਰਦਾ ਆ। ਚਾਹੇ ਅਸੀਂ ਚੋਰ ਹੋਈਏ, ਠੱਗ ਹੋਈਏ, ਸਾਧ ਹੋਈਏ, ਸੰਤ ਹੋਈਏ, ਚਾਹੇ ਕਿਸੇ ਵੀ ਪ੍ਰਕਾਰ ਦੇ ਅਸੀਂ ਲੋਕ ਹੋਏ, ਜਿੰਨਿਆਂ ਨੂੰ ਵੀ ਧਰਤੀ ਤੇ ਪੈਦਾ ਹੋਣ ਦਾ ਰੱਬ ਨੇ ਮੌਕਾ ਦਿੱਤਾ, ਚਾਹੇ ਕਿਸੇ ਵੀ ਜਾਤ ਬਰਾਦਰੀ ਦੇ ਹੋਣ, ਰੱਬ ਸਾਰਿਆਂ ਨੂੰ ਖਾਣ ਪੀਣ, ਪਹਿਨਣ ਬਚਣ ਲਈ ਕੀ ਕਰ ਰਿਹਾ ਆ, ਦੇ ਰਿਹਾ। ਹਾਲੇਲੂਇਆ। ਉਹਦੇ ਪਿਆਰ ਦੀ ਖਾਤਰ। ਸੋ ਜੇਕਰ ਉਹ ਠੀਕ ਹੈ, ਜੇਕਰ ਉਹ ਪਿਆਰ ਦੀ ਖਾਤਰ ਸਾਨੂੰ ਦੇ ਰਿਹਾ ਹੈ ਸਭ ਕੁਝ, ਥੋੜਾ ਕੰਮ ਕਰ ਦਿਓ, ਤੇ ਫਿਰ ਸਾਨੂੰ ਕੀ ਕਰਨਾ ਪੈਣਾ ਆ, ਸਾਨੂੰ ਸਮਝਣਾ ਪੈਣਾ ਆ ਕਿ ਅਸੀਂ ਉਹਦੇ ਪਿਆਰ ਨੂੰ ਸਮਝਦੇ ਹੋਏ ਅਸੀਂ ਉਹਨੂੰ ਜਾਣਨਾ ਵੀ ਚਾਹੁੰਦੇ ਹਾਂ, ਜਾਂ ਇੱਦਾਂ ਹੀ ਜਾਨਵਰਾਂ ਦੀ ਤਰ੍ਹਾਂ ਖਾ ਪੀ ਕੇ ਮਰ ਜਾਣਾ ਚਾਹੁੰਦੇ ਹਾਂ। ਜਾਨਵਰਾਂ ਦਾ ਗਾਂ ਕੋਈ ਅਤਾ ਪਤਾ ਨਹੀਂ, ਉਹ ਕੋਈ ਸਵਰਗ ਦੇ ਵਿੱਚ ਪਹੁੰਚਦਾ ਨਹੀਂ। ਕਿਤੇ ਸਾਡੇ ਨਾਲ ਵੀ ਅਮੀਰ ਹੋਣ, ਗਰੀਬ ਹੋਣ, ਸੰਤ ਹੋਣ, ਫਕੀਰ ਹੋਣ, ਰਾਜੇ ਹੋਣ, ਵਜ਼ੀਰ ਹੋਣ, ਕੋਈ ਵੀ ਹੋਵੇ, ਕਿਸੇ ਨੂੰ ਵੀ ਬੇਫਾਇਦਾ ਧਰਤੀ ਤੇ ਪੈਦਾ ਕੀਤਾ ਨਹੀਂ। ਸੋ ਜਿਹੜਾ ਵੀ ਉਹਨੂੰ ਜਾਣਨ ਦੀ ਇੱਛਾ ਰੱਖੂਗਾ, ਪਰਮੇਸ਼ਰ ਉਹਦੀ ਜਾਤ ਬਰਾਦਰੀ ਨੂੰ ਦੇਖਿਓ ਬਗੈਰ ਹੀ ਉਹਦੇ ਤੇ ਆਪਣੀ ਕਿਰਪਾ ਨੂੰ ਪ੍ਰਗਟ ਕਰੂਗਾ। ਹਾਲੇਲੂਇਆ ਹਾਲੇਲੂਇਆ। ਇਸ ਲਈ ਅਸੀਂ ਇਸ ਪ੍ਰਕਾਰ ਦੇ ਨਾਲ ਆ ਨਾ। ਸੋ ਜ਼ਿਆਦਾਤਰ ਸਾਨੂੰ ਲੋਕ ਪਸੰਦ ਕਹਿੰਦੇ ਕਿ ਮੈਂ ਆ ਰਾਹ ਤੇ ਸੱਚਾਈ ਤੇ ਜ਼ਿੰਦਗੀ। ਰਾਹ ਵੀ ਮੈਂ ਆ ਜਿਹਦੇ ਦੁਆਰਾ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਆ, ਸੱਚਾਈ ਵੀ ਮੈਂ ਆ ਜਿਹਦੇ ਦੁਆਰਾ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਆ, ਔਰ ਜ਼ਿੰਦਗੀ ਵੀ ਮੈਂ ਆ ਜਿਹੜੀ ਤੁਸੀਂ ਰੱਬ ਕੋਲੋਂ ਪਾਉਣਾ ਚਾਹੁੰਦੇ ਆ। ਇਸ ਲਈ ਉਹ ਸੱਚਾਈ ਜਿਹੜੀ ਆ ਦੇਹਧਾਰੀ ਹੋ ਕੇ ਯਿਸੂ ਦੇ ਨਾਮ ਦੇ ਵਿੱਚ ਧਰਤੀ ਤੇ ਆਈ ਆ। ਔਰ ਬਾਣੀ 'ਚ ਲਿਖਿਆ ਜਿਹੜਾ ਯਿਸੂ ਨੂੰ ਜਾਣੂਗਾ, ਪ੍ਰਮਾਤਮਾ ਉਹਨੂੰ ਹਰ ਇੱਕ ਪ੍ਰਕਾਰ ਦੀ ਗੁਲਾਮੀ ਤੋਂ, ਬਦੀ ਦੇ ਬੰਧਨ ਤੋਂ, ਪਾਪ ਤੋਂ, ਉਹਦੀਆਂ ਹਰਕਤਾਂ ਤੋਂ, ਆਦਤਾਂ ਤੋਂ, ਉਹਦੇ ਕੰਮਾਂ ਤੋਂ ਕੀ ਕਰ ਦੂਗਾ, ਆਜ਼ਾਦ ਕਰ ਦੂਗਾ। ਹਾਲੇਲੂਇਆ ਹਾਲੇਲੂਇਆ। ਸੋ ਇੱਕ ਗੱਲ ਪੱਲੇ ਬੰਨ੍ਹ ਲਿਓ, ਕੰਨ ਖੋਲ ਕੇ ਸਾਰੇ ਜਣੇ ਸੁਣ ਲਿਓ। ਜੇਕਰ ਆਪਾਂ ਆਜ਼ਾਦ ਨਾ ਹੋਏ ਤੇ ਨਰਕ 'ਚ ਜਾਵਾਂਗੇ। ਕਿਸੇ ਵੀ ਜਾਤ ਦੇ ਹੋਈਏ, ਬਰਾਦਰੀ ਦੇ ਹੋਈਏ, ਕਿਸੇ ਵੀ ਗੁਰੂ ਦੇ ਹੋਈਏ, ਕੋਈ ਵੀ ਨਾਮਦਾਨ ਲਿਆ ਹੋਵੇ, ਜਾਵਾਂਗੇ ਕਿੱਥੇ, ਨਰਕ ਦੇ ਵਿੱਚ। ਸਾਡਾ ਗੁਰੂ ਬੜਾ ਸੋਹਣਾ ਆ, ਸਾਡਾ ਗੁਰੂ ਬੜਾ ਤੰਦਰੁਸਤ ਆ, ਸਾਡਾ ਗੁਰੂ ਬੜਾ ਗਿਆਨੀ ਆ, ਏਦਾਂ ਕਹਿਣ ਦੇ ਨਾਲ ਤੇਰੀ ਮੁਕਤੀ ਹੋਣ ਵਾਲੀ ਹੈ ਨਹੀਂ ਗੀ। ਹਾਲੇਲੂਇਆ। ਇੱਥੋਂ ਤੱਕ ਕਿ ਤੇਰੇ ਗੁਰੂ ਦੀ ਵੀ ਮੁਕਤੀ ਹੋਣ ਵਾਲੀ ਹੈਗੀ ਨਹੀਂ। ਮੁਕਤੀ ਦਾ ਨਾਮ ਸਿਰਫ ਯਿਸੂ ਮਸੀਹ ਹੈ। ਹਾਲੇਲੂਇਆ। ਸੋ ਜੇਕਰ ਉਸ ਨਾਮ ਨੂੰ ਆਪਾਂ ਨਹੀਂ ਜਾਣਾਂਗੇ ਤੇ ਫਿਰ ਕੁਝ ਵੀ ਹੋ ਸਕਦਾ ਨਹੀਂ। ਸੋ ਅੱਜ ਜਿਹੜਾ ਆਪਾਂ ਪ੍ਰਭੂ ਦੀ ਬਾਣੀ ਦੇ ਵਿੱਚੋਂ ਵਿਚਾਰ ਕਰਾਂਗੇ, ਖੁਦਾ ਚਾਹੂਗਾ ਤੇ ਇਸ ਗੱਲ ਨੂੰ ਆਪਾਂ ਕੱਲ ਨੂੰ ਹੋਰ ਖੋਲ ਕੇ ਸੁਣਾਂਗੇ। ਔਰ ਉਹ ਜਿਹੜਾ ਅਸੀਂ ਵਿਚਾਰ ਕਰਨਾ ਆ ਉਹ ਹੈਗਾ ਆ, ਜਦੋਂ ਇੱਕ ਇਨਸਾਨ ਨੂੰ ਪਾਪਾਂ ਦੀ ਮਾਫੀ ਮਿਲ ਜਾਂਦੀ ਆ, ਤੇ ਪਾਪਾਂ ਦੀ ਜਿੰਨੀ ਦੇਰ ਤੱਕ ਮਾਫੀ ਨਹੀਂ ਮਿਲੀ ਉਹਦਾ ਜੀਵਨ ਕਿੱਦਾਂ ਦਾ ਆ, ਤੇ ਜਦੋਂ ਪਾਪਾਂ ਦੀ ਮਾਫੀ ਮਿਲ ਜਾਂਦੀ ਆ ਤੇ ਉਹਦੇ ਜੀਵਨ 'ਚ ਕੀ ਤਬਦੀਲੀ ਆਉਂਦੀ ਆ, ਇਸ ਗੱਲ ਨੂੰ ਆਪਾਂ ਦੇਖਾਂਗੇ। ਦੋ ਪੱਖੋਂ ਗੱਲ ਨੂੰ ਦੇਖਾਂਗੇ। ਹਾਲੇਲੂਇਆ ਹਾਲੇਲੂਇਆ। ਜਿੱਦਾਂ ਸਿੱਕੇ ਦੇ ਵੀ ਦੋ ਪਹਿਲੂ ਹੁੰਦੇ ਆ ਨਾ, ਇੱਕ ਪਾਸੇ ਸ਼ੇਰ ਹੁੰਦਾ ਆ ਤੇ ਇੱਕ ਪਾਸੇ ਲਿਖਿਆ ਹੁੰਦਾ 10 ਰੁਪਏ ਦਾ ਕਿ 5 ਰੁਪਏ ਦਾ। ਹਾਲੇਲੂਇਆ ਹਾਲੇਲੂਇਆ। ਸੋ ਇਸੇ ਪ੍ਰਕਾਰ ਅਸੀਂ ਦੇਖਾਂਗੇ, ਇੱਕ ਪਾਸੇ ਤਾਂ ਦੇਖਾਂਗੇ ਪਾਪੀ ਜੀਵਨ ਹੈ, ਔਰ ਦੂਸਰੇ ਪਾਸੇ ਆਪਾਂ ਦੇਖਾਂਗੇ ਪਾਪ ਤੋਂ ਆਜ਼ਾਦ ਹੋਇਆ ਜੀਵਨ। ਇਹਨਾਂ ਵਿੱਚ ਅੰਤਰ ਤੇ ਫਰਕ ਕੀ ਆ। ਹਾਲੇਲੂਇਆ ਹਾਲੇਲੂਇਆ। ਉਹਦੇ ਲਈ ਆਪਾਂ ਵਚਨ ਚੋਂ ਪੜਾਂਗੇ ਰੋਮੀਓ ਦੀ ਕਿਤਾਬ 1 ਅਧਿਆਏ ਉਹਦੀ 21 ਆਇਤ।
ਇਹ ਆਪਾਂ ਪਹਿਲਾਂ ਪੜ੍ਹਦੇ ਹਾਂ ਰੋਮੀਓ ਦੀ ਕਿਤਾਬ 1 ਅਧਿਆਇ ਉਹਦੀ 21 ਆਇਤ ਕਿ ਪਾਪ ਵਿੱਚ ਰਹਿਣ ਵਾਲੇ ਇਨਸਾਨ ਦੀ ਹਾਲਤ ਕੀ ਆ। ਉਹ ਕਿਸੇ ਵੀ ਬਰਾਦਰੀ ਦਾ ਹੋਵੇ, ਜਾਤ ਦਾ ਹੋਵੇ, ਉਹਦੀ ਹਾਲਤ ਕੀ ਆ। ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਹਾਂ, ਪਰ ਤਾਂ ਵੀ ਪਰਮੇਸ਼ਰ ਦੇ ਯੋਗ ਵਡਿਆਈ ਨਾ ਕੀਤੀ, ਹਾਂ, ਨਾ ਉਹਦਾ ਧੰਨਵਾਦ ਕੀਤਾ, ਹਾਂ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ, ਹਾਂ। ਅਤੇ ਉਹਨਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ। ਬੁੱਧਹੀਨ ਮਨ ਕੀ ਹੋ ਗਏ ਭਲਾ? ਹਨੇਰੇ ਹੋ ਗਏ ਆ। ਇਹਦਾ ਮਤਲਬ ਆ ਜਿਹੜਾ ਇਨਸਾਨ ਪਾਪ ਦੇ ਵਿੱਚ ਆ ਉਹਦਾ ਮਨ ਬੁੱਧਹੀਣ ਆ ਤੇ ਹਨੇਰਾ ਹੋਇਆ ਆ। ਤੇ ਮਨ ਦੇ ਨਾਲ ਹੀ ਤਾਂ ਇਹ ਤਨ ਚੱਲਦਾ ਆ। ਜੇ ਕਿਸੇ ਦਾ ਮਨ ਖਰਾਬ ਹੋ ਗਿਆ ਤੇ ਤਨ ਚੱਲ ਸਕਦਾ ਨਹੀਂ। ਮਨ ਆ ਜਿਹੜਾ ਦੱਸਦਾ ਆ ਕਿ ਕੀ ਠੀਕ ਹੈ ਤੇ ਕੀ ਗਲਤ ਆ, ਕਿਹਨੂੰ ਪਿਆਰ ਕਰਨਾ, ਕਿਹਨੂੰ ਵੈਰ ਕਰਨਾ ਹੈ। ਹਾਲੇਲੂਇਆ। ਕੀ ਖੱਟਣਾ ਤੇ ਕੀ ਕਮਾਉਣਾ ਇਹ ਕੌਣ ਦੱਸਦਾ ਆ? ਮਨ ਦੱਸਦਾ ਆ। ਕਿੱਧਰ ਚੱਲਣਾ, ਕਿੱਧਰ ਉੱਠਣਾ, ਕਿੱਥੇ ਬਹਿਣਾ, ਕੀ ਕਰਨਾ ਆ, ਮਨ। ਤੇ ਜਦੋਂ ਮਨ ਬੁੱਧਹੀਣ ਹੋ ਜਾਂਦਾ ਆ ਫਿਰ ਤਾਂ ਬੰਦਾ ਪੋਟੀ ਕਰਨੋਂ ਵੀ ਰਹਿ ਜਾਂਦਾ। ਉਹਨੂੰ ਪੋਟੀ ਵੀ ਕੀ ਕਰਦੇ ਭਲਾ? ਚੱਕ ਕੇ ਦੂਜਾ ਹੀ ਕਰਾਉਂਦਾ। ਉਹ ਖਾਣਾ ਵੀ ਇਦਾਂ ਚੱਕ ਕੇ ਖਾ ਸਕਦਾ ਨਹੀਂ। ਸਰੀਰ ਤਾਂ ਉਹਦਾ ਹੁੰਦਾ ਜੀਂਦਾ, ਪਰ ਕਰ ਕੁਛ ਵੀ ਸਕਦਾ ਨਹੀਂ ਕਿਉਂਕਿ ਮਨ ਕੀ ਹੋਇਆ ਹੋਇਆ ਭਲਾ? ਹਨੇਰਾ ਹੋਇਆ। ਹਾਲੇਲੂਇਆ। ਸੋ ਇਸੇ ਪ੍ਰਕਾਰ ਰੂਹਾਨੀ ਤੌਰ ਤੇ ਅੱਜ ਸਾਡੀ ਹਾਲਤ ਇਦਾਂ ਦੀ ਆ, ਰੂਹਾਨੀ ਤੌਰ ਤੇ ਕਿ ਮਨ ਕੀ ਹੋਏ ਹੋਏ ਸਾਡੇ? ਹਨੇਰੇ ਹੋਏ ਹੋਏ ਆ। ਇਹ ਹੈ ਪਾਪ ਵਾਲੇ ਇਨਸਾਨ ਦੀ ਹਾਲਤ। ਤਨ ਚਾਹੇ ਉਹਦਾ ਜੈਸਾ ਮਰਜ਼ੀ ਹੋਵੇ, ਮਨ ਕੀ ਹੋਇਆ ਹੋਇਆ ਆ? ਹਨੇਰਾ ਹੋਇਆ ਆ। ਔਰ ਜਿਹੜਾ ਪਾਪ ਤੋਂ ਛੁੱਟ ਗਿਆ ਇਨਸਾਨ, ਉਹਦੀ ਹਾਲਤ ਕਿੱਦਾਂ ਬਾਈਬਲ ਦੱਸਦੀ ਹੈ? ਇਹ ਤਾਂ ਪਾਪ 'ਚ ਪਏ ਹੋਏ ਇਨਸਾਨ ਦੀ ਹਾਲਤ ਹੈ, ਮਨ ਹਨੇਰਾ ਹੋਇਆ। ਤੁਸੀਂ ਦੇਖੋ ਆਪਣੀਆਂ ਅੱਖਾਂ ਹੀ ਹਨੇਰੀਆਂ ਹੋ ਜਾਣ, ਅੱਖਾਂ ਦੀ ਰੋਸ਼ਨੀ ਚਲ ਜੇ ਤੇ ਕਿੰਨੀ ਬੁਰੀ ਹਾਲਤ ਹੋ ਜਾਂਦੀ। ਤੇ ਜੇ ਮਨ ਦੀ ਰੋਸ਼ਨੀ ਚਲ ਜਾਵੇ ਤਾਂ ਫਿਰ ਕੀ ਹੋ? ਹਾਲੇਲੂਇਆ, ਹਾਲੇਲੂਇਆ। ਸੋ ਅੱਜ ਅੱਖਾਂ ਰਾਹੀਂ ਤਾਂ ਸਾਨੂੰ ਦਿਸਦਾ ਆ, ਪਰ ਮਨ ਰਾਹੀਂ ਕੁਝ ਵੀ ਦਿਸਦਾ ਨਹੀਂ। ਮਨ ਸੂਰ ਵਾਂਗੂ ਚਿੱਕੜ ਦੇ ਵਿੱਚ ਹੀ ਪਿਆ ਹੋਇਆ ਹੈ ਹਨਾ। ਚਿੱਕੜ ਕਿੱਥੇ ਕਾਹਦਾ ਸਵਾਦ ਲੈਂਦਾ ਰਹਿੰਦਾ? ਸੂਰ ਕਾਹਦਾ ਸਵਾਦ ਲੈਂਦਾ ਰਹਿੰਦਾ? ਚਿੱਕੜ ਦਾ। ਉੱਥੋਂ ਹੀ ਚਿਲੜਾਂ ਗੰਦ ਮੰਦ ਖਾਂਦਾ ਰਹਿੰਦਾ, ਉਹਦੇ ਚ ਮਸਤ ਰਹਿੰਦਾ, ਉਹਦੇ ਚ ਲਿਟਦਾ ਰਹਿੰਦਾ, ਉਹਦੇ ਚ ਹੱਗਦਾ ਤੇ ਉੱਚੀ ਮੁੱਤਦਾ, ਲੋਟ ਨਹੀਂ ਕਰਦਾ ਜੀ ਇਸ ਤਰ੍ਹਾਂ, ਬਸ ਪੂਰਾ ਆਨੰਦ ਲੈਂਦਾ। ਸੋ ਕਹਿਣ ਦਾ ਮਤਲਬ ਆ ਹੁਣ ਇਹ ਜਿਹੜਾ ਇਨਸਾਨ ਆ ਇਸੇ ਤਰੀਕੇ ਨਾਲ ਪਾਪ ਦੇ ਵਿੱਚ ਆ। ਜਿੰਨੀ ਦੇਰ ਤੱਕ ਅੱਖਾਂ ਤੋਂ ਪਰਦਾ ਨਹੀਂ ਚੱਕਿਆ ਜਾਂਦਾ, ਮਨ ਤੋਂ ਪਰਦਾ ਨਹੀਂ ਚੱਕਿਆ ਜਾਂਦਾ, ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਠੀਕ ਕੀ ਆ। ਅੱਜ ਜੈਸੀ ਮਰਜ਼ੀ ਭਗਤੀ ਵੀ ਇਹਦੇ ਲਈ ਠੀਕ ਆ, ਜੈਸਾ ਮਰਜ਼ੀ ਗੁਰੂ ਵੀ ਇਹਦੇ ਲਈ ਠੀਕ ਆ। ਹਾਲੇਲੂਇਆ। ਜੈਸਾ ਮਰਜ਼ੀ ਨਾਮਦਾਨ ਵੀ ਇਹਦੇ ਲਈ ਕੀ ਆ ਭਲਾ? ਠੀਕ ਹੈ ਵੀ ਦੇ ਦਿੱਤਾ ਉਹਨੇ। ਨਾਲ ਉਹਨੇ ਕਿਹਾ ਸੀ ਨਾਮਦਾਨ ਲਊਂਗਾ ਤੇ ਤੈਨੂੰ ਬਰਕਤ ਮਿਲੂਗੀ। ਆਪਾਂ ਨਾਮਦਾਨ ਲੈ ਲਿਆ, ਬਰਕਤਾਂ ਮਿਲ ਰਹੀਆਂ, ਗੁਰੂ ਦਾ ਆਸ਼ੀਰਵਾਦ ਆ। ਹਾਲੇਲੂਇਆ। ਉਸ ਗੁਰੂ ਨੂੰ ਔਰ ਤੈਨੂੰ ਨਰਕ ਦੇ ਵਿੱਚ ਹੀ ਮੇਲੇ ਹੋਣੇ ਆ। ਹਾਲੇਲੂਇਆ। ਕਿਉਂਕਿ ਤੁਸੀਂ ਉਸ ਸੱਚਾਈ ਨੂੰ ਜਾਣਨ ਦਾ ਮਨ ਬਣਾਇਆ ਨਹੀਂ, ਮਨ ਤਾਂ ਹਨੇਰੇ 'ਚ ਰੱਖ ਕੇ ਮਰ ਗਏ। ਇਸ ਲਈ ਪਾਪ ਦੀ ਹਾਲਤ ਵਿੱਚ ਇਨਸਾਨ ਕਿੱਦਾਂ ਦਾ? ਹਨੇਰੇ ਵਿੱਚ ਆ। ਮਨ ਉਹਦਾ ਕੀ ਆ? ਹਨੇਰਾ ਆ। ਔਰ ਜਿਹੜਾ ਪਾਪ ਤੋਂ ਛੁੱਟ ਗਿਆ ਉਹਦੇ ਲਈ ਵਚਨ 'ਚ ਲਿਖਿਆ ਯਹੋਨਾ ਦੀ ਇੰਜੀਲ 8 ਅਧਿਆਇ ਉਹਦੀ 12 ਆਇਤ। ਉਪਰੰਤ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ ਹੈ ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ। ਉੱਥੇ ਕੀ ਆਪਾਂ ਪੜ੍ਹ ਕੇ ਆਏ ਪਹਿਲਾਂ, ਜਿਹੜੀ ਪਾਪ ਦੀ ਹਾਲਤ ਹੈ ਇਨਸਾਨ ਦੀ, ਉਹ ਕਿੱਦਾਂ ਦੀ ਆ? ਮਨ ਹਨੇਰਾ ਆ। ਤੇ ਯਿਸੂ ਕੀ ਕਹਿੰਦਾ? ਮੈਂ ਸੰਸਾਰ ਦੀ ਕੀ ਆ ਭਲਾ? ਰੋਸ਼ਨੀ ਆ। ਅੱਛਾ, ਯਿਸੂ ਤਾਂ ਰੋਸ਼ਨੀ ਸੰਸਾਰ ਦੀ ਕਹਿ ਰਿਹਾ, ਆਪਾਂ ਨੂੰ ਫਿਰ ਵੀ ਬਲਬ ਜਗਾਉਣੇ ਪੈ ਰਹੇ। ਹਾਲੇਲੂਇਆ। ਆ ਸੂਰਜ ਦੀ ਰੋਸ਼ਨੀ ਫਿਰ ਵੀ ਆਪਾਂ ਨੂੰ ਲੈਣੀ ਪੈਂਦੀ ਆ। ਉਹਦੀ ਰੋਸ਼ਨੀ ਕਿੱਥੇ ਗਈ ਵੀ? ਇਹ ਤਾਂ ਮਤਲਬ ਯਿਸੂ ਕੋਲ ਰੋਸ਼ਨੀ ਨਾ ਸੂਰਜ ਵਾਲੀ ਹੈ ਤੇ ਨਾ ਬਿਜਲੀ ਵਾਲੀ ਹੈ। ਉਹਦੇ ਕੋਲ ਰੋਸ਼ਨੀ ਕਿਹੜੀ ਆ? ਆਤਮਾ ਵਾਲੀ, ਬੁੱਧ ਨੂੰ ਖੋਲਣ ਵਾਲੀ। ਦੁਨੀਆ ਦਾ ਕੋਈ ਵੀ ਸੂਰਜ ਸਾਡੀ ਬੁੱਧ ਨੂੰ ਹਨੇਰੇ ਨੂੰ ਹਟਾ ਸਕਦਾ ਨਹੀਂ। ਦੁਨੀਆ ਦਾ ਕੋਈ ਵੀ ਬਲਬ ਸਾਡੇ ਮਨ ਦੇ ਹਨੇਰੇ ਨੂੰ ਦੂਰ ਕਰ ਸਕਦਾ ਨਹੀਂ। ਇਸ ਲਈ ਯਿਸੂ ਮਸੀਹ ਕਹਿੰਦਾ, ਮੈਂ ਸੰਸਾਰ ਦੀ ਕੀ ਆ? ਜੋਤੀ ਆ। ਜਿਹੜਾ ਮੇਰੇ ਪਿੱਛੇ ਚੱਲੂਗਾ ਉਹ ਕਦੀ ਵੀ ਹਨੇਰੇ ਵਿੱਚ ਰਹੂਗਾ
ਰਹੂਗਾ। ਹਾਲੇਲੂਇਆ। ਹਾਲੇਲੂਇਆ। ਕੀ ਨਹੀਂ ਰਹੂਗਾ ਭਲਾ? ਹਨੇਰੇ ਦੇ ਵਿੱਚ ਰਹੂਗਾ ਨਹੀਂ। ਜਦੋਂ ਮੈਂ ਪ੍ਰਭੂ ਤੋਂ ਦੂਰ ਸੀ, ਪ੍ਰਭੂ ਦੇ ਬਾਰੇ ਨਹੀਂ ਸੀ ਜਾਣਦਾ, ਤੇ ਮੈਂ ਇਸ ਪ੍ਰਕਾਰ ਸੀ, ਹਰੇਕ ਦੀ ਫੋਟੋ ਜਿਹਨੂੰ ਵੀ ਮੈਂ ਮੰਨਦਾ ਸੀ, ਜਿਹਨੂੰ ਦੁਨੀਆ ਮੰਨਦੀ ਆ, ਸਾਰਿਆਂ ਦੀਆਂ ਫੋਟੋ ਇੱਕ ਖੁੱਡੇ ਜਿਹੇ 'ਚ ਨਿੱਕ ਨਿੱਕੀਆਂ ਰੱਖੀਆਂ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਆਇਆ ਨਾ ਇੱਦਾਂ। ਤੇ ਉਹਦੇ ਵਿੱਚ ਫਿਰ ਮੈਂ ਉੱਥੇ ਇੱਕ ਧੂਫ ਦਿਖਾਉਂਦਾ ਹੁੰਦਾ ਸੀ ਹਰ ਮੰਗਲਵਾਰ ਨੂੰ। ਜਦੋਂ ਧੂਫ ਦਿਖਾਉਣੀ ਤੇ ਧੁਖੀ ਉਹ ਜਿਹੜੀ ਧੂਫ ਹੁੰਦੀ ਸੀ ਉਹਦਾ ਇੱਦਾਂ ਤਿਲਕ ਲਗਾ ਲੈਣਾ ਇੱਦਾਂ। ਫਿਰ ਮੈਂ ਸਵਾ ਰੁਪਏ ਦਾ ਬੇਸਣ ਲਿਆਉਂਦਾ ਹੁੰਦਾ ਸੀਗਾ ਉਦੋਂ, ਉਸ ਟਾਈਮ 30 ਸਾਲ 35 ਸਾਲ ਪਹਿਲਾਂ ਦੀ ਗੱਲ ਆ। ਉਦੋਂ ਬੇਸਣ ਸਵਾ ਰੁਪਏ ਦਾ ਵਾਹਵਾ ਆ ਜਾਂਦਾ ਸੀ, ਤੇ ਉਹ ਬੇਸਣ ਸਵਾ ਰੁਪਏ ਦਾ ਲਿਆ ਕੇ ਉੱਥੇ ਉਹਨਾਂ ਦੇ ਸਾਰਿਆਂ ਦਾ ਥੋੜਾ ਜਿਹਾ ਤੋੜ ਕੇ ਸਾਰਿਆਂ ਦੇ ਮੂੰਹ ਤੇ ਲਾ ਕੇ ਫਿਰ ਇੱਦਾਂ ਰੱਖੀ ਜਾਣਾ। ਬਾਕੀ ਜਿਹੜਾ ਬਚਿਆ ਹੋਣਾ ਮੈਂ ਘਰ ਦੇ ਬਾਹਰ ਖੜਾ ਹੋ ਜਾਣਾ ਤੇ ਸਾਰਿਆਂ ਨੂੰ ਵੰਡਦਾ ਫਿਰਨਾ, ਲਓ ਜੀ ਪ੍ਰਸ਼ਾਦ, ਲਓ ਜੀ ਪ੍ਰਸ਼ਾਦ। ਹਾਲੇਲੂਇਆ। ਹਾਲੇਲੂਇਆ। ਪਰ ਉਹਦੇ ਬਾਵਜੂਦ ਵੀ ਮੈਂ ਇੰਨੀ ਭਗਤੀ ਕਰਦਾ ਸੀਗਾ, ਸਹੀ ਸੱਚੇ ਮਨੋਂ ਮੰਨਦਾ ਸੀ, ਜਿਹਨੂੰ ਵੀ ਮੰਨਦਾ ਸੀਗਾ। ਹਾਲੇਲੂਇਆ। ਹਾਲੇਲੂਇਆ। ਪਰ ਮੇਰੇ ਮਨ ਦਾ ਹਨੇਰਾ ਦੂਰ ਹੋਇਆ ਨਹੀਂ ਸੀ। ਮੇਰੀਆਂ ਅੱਖਾਂ ਦੇ ਵਿੱਚ ਨਜ਼ਰ ਵੀ ਮੇਰੀ ਮੈਲੀ ਸੀ, ਮੇਰੀਆਂ ਸੋਚਾਂ ਵੀ ਮੈਲੀਆਂ ਸੀ, ਮੇਰੀ ਜ਼ੁਬਾਨ ਵੀ ਮੈਲੀ ਸੀ। ਹਾਲੇਲੂਇਆ। ਵਿਚਾਰ ਵੀ ਮੇਰੇ ਕੀ ਸੀਗੇ? ਮੈਲੇ ਸੀ। ਗੰਦਮੰਦ ਬਕਦਾ ਸੀ, ਗੱਲ ਗੱਲ ਤੇ ਗਾਲ ਕੱਢਣ ਤੋਂ ਬਗੈਰ ਮੈਨੂੰ ਅਗਲੀ ਗੱਲ ਆਉਂਦੀ ਨਹੀਂ ਸੀ। ਹਾਲੇਲੂਇਆ। ਤੁਹਾਨੂੰ ਪਤਾ ਬਹੁਤ ਸਾਰੇ ਭੈਣ ਭਰਾ ਹੁੰਦੇ ਨੇ, 5-7 ਗੱਲਾਂ ਕਰਨੀਆਂ, ਇੱਕ ਗਾਲ ਕੱਢਣੀ, ਇੱਕ ਗਾਲ ਕੱਢਣ ਤੋਂ ਅਗਲੀਆਂ 5 ਗੱਲਾਂ ਨਿਕਲਣੀਆਂ। ਇਹਦੀ ਆਦਤ ਆ। ਆਦਤ ਅਸਲ 'ਚ ਕਿਉਂ ਆ? ਇਹ ਆਦਤ ਤਾਂ ਆ ਕਿਉਂਕਿ ਹਨੇਰੇ ਦਾ ਕੀ ਆ, ਉਹਦੇ ਤੇ ਅਸਰ ਹਜੇ ਵੀ ਆ। ਹਾਲੇਲੂਇਆ। ਭਾਜੀ ਕਹਿ ਰਹੇ ਮੈਨੂੰ ਵੀ ਇਦਾਂ ਹੀ ਆ, ਇਹਦਾ ਮਤਲਬ ਹਨੇਰਾ ਹਜੇ ਦੂਰ ਹੋਣਾ ਬਾਕੀ ਹੈਗਾ। ਹਾਲੇਲੂਇਆ। ਸੋ ਗਾਲਾਂ ਕੱਢਦੇ ਆ, ਵੈਰ ਰੱਖਦੇ, ਚੁਗਲੀ ਕਰਦੇ, ਈਰਖਾ ਕਰਦੇ, ਜਲਨ ਰੱਖਦੇ, ਫੁੱਟਾਂ ਪਾਉਂਦੇ, ਵੈਰ ਰੱਖਦੇ, ਕ੍ਰੋਧ ਕਰਦੇ ਔਰ ਦੋਸ਼ ਲਗਾਉਂਦੇ ਆ, ਨਸ਼ੇ ਕਰਦੇ ਆ, ਬਦਮਸਤੀਆਂ ਕਰਦੇ ਆ, ਕਾਮ ਦੇ ਭਰੇ ਪਏ, ਵਾਸਨਾ ਦੇ ਭਰੇ ਪਏ, ਹਿਰਸ ਦੇ ਭਰੇ ਪਏ, ਹਵਸ ਦੇ ਭਰੇ ਪਏ, ਗੱਲ ਗੱਲ ਤੇ ਅੱਖਾਂ ਦੇ ਰਾਹੀਂ ਸੋਚ ਕੇ ਵਿਚਾਰ ਕਰਦੇ ਆ। ਸੋ ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਕਿਹੜੇ ਹਿੱਸੇ ਦੀਆਂ ਆ? ਇਹ ਹਨੇਰੇ ਦੀਆਂ ਹੀ ਆ ਨਾ। ਹਨੇਰਾ ਹੈ ਤਾਂ ਤਾਈਓ ਇਹ ਸਭ ਕੁਝ ਹੋ ਰਿਹਾ। ਯਿਸੂ ਮਸੀਹ ਕਹਿੰਦਾ ਮੈਂ ਚਾਨਣ ਆ। ਜਦੋਂ ਮੇਰੇ ਕੋਲ ਆਓਗੇ ਤੁਹਾਨੂੰ ਸਾਰਾ ਆਪਣਾ ਅੰਦਰ ਦਾ ਹਿੱਸਾ ਕੀ ਲੱਗ ਜਾਣਾ? ਭਲਾ ਪਤਾ ਲੱਗ ਜਾਣਾ ਮੈਂ ਕਿੱਡਾ ਕੁ ਭਗਤ ਆ, ਕਿੱਡਾ ਕੁ ਠਗਤ ਆ, ਸਾਰਾ ਦਿਨ ਕੀ ਲੱਗ ਜਾਣਾ? ਭਲਾ ਪਤਾ ਲੱਗ ਜਾਣਾ, ਕਿਉਂਕਿ ਮੈਂ ਕੀ ਆ? ਚਾਨਣ ਆ। ਹਾਲੇਲੂਇਆ। ਦੇਖੋ ਭਾਈ, ਮੈਂ ਤੁਹਾਡੇ ਨਾਲ ਗੱਲਾਂ ਕਰਦਾ ਆ। 600 ਕਿਲੋਮੀਟਰ ਸਫ਼ਰ ਕਰਕੇ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ। ਪਹਿਲਾਂ ਮੋਹਾਲੀ ਵਿੱਚ ਕਪਿਲ ਦੇਵ ਦੀ ਫੈਮਿਲੀ ਦੇ ਵਿੱਚ ਅਸੀਂ ਜਾਂਦੇ ਹਾਂ। ਕਪਿਲ ਦੇਵ ਜਿਹੜਾ ਬੈਟ ਬਾਲ ਖੇਡਦਾ ਨਾ, ਉਹਦੇ ਭਤੀਜੇ ਦੇ ਪਰਿਵਾਰ ਕੋਲ ਜਾਂਦੇ। ਮੋਹਾਲੀ ਵਿੱਚ ਪਹਿਲਾਂ ਅਸੀਂ ਉਹਨਾਂ ਦੇ ਬੰਦਗੀ ਕੀਤੀ ਕੱਲ ਸਵੇਰੇ 8 ਤੋਂ 10। ਉਸ ਤੋਂ ਬਾਅਦ ਭਵਾਨੀਗੜ੍ਹ ਦੇ ਵਿੱਚ ਬੰਦਗੀ ਕੀਤੀ 12 ਤੋਂ 2, ਔਰ ਉਸ ਤੋਂ ਬਾਅਦ ਆ ਕੇ ਅਸੀਂ ਹਿਸਾਰ ਦੇ ਵਿੱਚ ਬੰਦਗੀ ਕੀਤੀ ਰਾਤ ਦੀ, ਔਰ ਸਵੇਰ ਦੀ ਵੀ ਹੁਣ ਦੀ ਵੀ ਇੱਕ ਬੰਦਗੀ, ਉੱਥੇ 2 ਬੰਦਗੀਆਂ ਕਰਕੇ ਆਏ। ਹਾਲੇਲੂਇਆ। ਤਾਂ ਇੱਥੋਂ ਤੱਕ ਆਉਂਦੇ 600 ਕਿਲੋਮੀਟਰ ਹੋ ਗਿਆ। ਹਜੇ ਅਸੀਂ ਕੱਲ ਨੂੰ ਫਿਰ ਇੱਥੇ 2 ਮੀਟਿੰਗਾਂ ਕਰਕੇ ਫਿਰ ਮੁਕਤਸਰ ਵੀ ਜਾਣਾ, ਫਿਰ ਜਲੰਧਰ ਪਹੁੰਚਣਾ। ਤੇ ਮੇਰੀ ਹਾਲਤ ਪਤਾ ਕੀ ਆ? ਮੈਨੂੰ ਹਾਰਟ ਅਟੈਕ ਹੋਇਆ 15-20 ਦਿਨ ਪਹਿਲਾਂ, ਤੇ ਡਾਕਟਰ ਨੇ ਕਿਹਾ ਤੇਰੀ ਜਿਹੜੀ ਮੇਨ ਨਾੜੀ ਆ ਨਾ ਦਿਲ ਦੀ, ਜਿੱਥੋਂ ਸਪਲਾਈ ਜਾਂਦੀ ਆ ਸਫਾਈ ਕਰਕੇ ਖੂਨ ਦੀ, ਉਹ 95 100 ਚੋਂ 95 ਹਿੱਸੇ ਕੀ ਆ ਭਲਾ ਬੰਦ ਆ। ਸਿਰਫ 5% ਇੰਨਾ ਆ ਗਿਆ ਉੱਥੋਂ ਦੀ ਖੂਨ ਨਿਕਲਦਾ। ਤੇ ਮੈਂ ਤੁਹਾਡੇ ਨਾਲ ਕੀ ਕਰ ਰਿਹਾ? ਭਾਵੇਂ ਮੈਂ ਔਖਾ ਹੋ ਕੇ ਬੋਲਣ ਡਿਆ, ਪਰ ਤੁਹਾਡੇ ਨਾਲ ਰੱਬ ਦੀਆਂ ਗੱਲਾਂ ਕੀ ਕਰਦਾ? ਭਲਾ ਬੋਲਦਾ। ਐਡਾ ਸਫ਼ਰ ਕਰਕੇ ਆ ਰਿਹਾ, ਤੁਹਾਡੇ ਨਾਲ ਗੱਲਾਂ ਕੀ ਕਰਦਾ? ਬੋਲਦਾ। ਕਿਉਂਕਿ ਉਹਨੇ ਮੈਨੂੰ ਕੀ ਦਿੱਤਾ ਹੈ? ਬਲ ਦਿੱਤਾ ਹੈ। ਸੋ ਜਿੰਨੀ ਦੇਰ ਤੱਕ ਉਹਦਾ ਕੰਮ ਮੇਰੇ ਵਿੱਚ ਰੱਖਿਆ ਪਿਆ ਹੈ, ਮੈਂ ਵਿਸ਼ਵਾਸ ਕਰਦਾ ਹਾਂ ਉਨੀ ਦੇਰ ਤੱਕ ਮੈਂ ਚੱਕਿਆ ਜਾਣਾ ਨਹੀਂ। ਤੇ ਜੇ ਮੇਰਾ ਅੱਜ ਹੀ ਕੰਮ ਖਤਮ ਹੋ ਗਿਆ, ਹੋ ਸਕਦਾ ਅੱਜ ਰਾਤ ਨੂੰ ਹੀ ਚੱਕਿਆ ਜਾਵਾਂ। ਹਾਲੇਲੂਇਆ। ਸੋ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਚੱਕਿਆ ਜਾਣਾ, ਕਿਉਂਕਿ ਮੈਨੂੰ ਉਹਨੇ ਚਾਨਣ 'ਚ ਰੱਖਿਆ ਹੈ ਤੇ ਮੈਂ ਉਸ ਚਾਨਣ ਕੋਲ ਪਹੁੰਚ ਜਾਣਾ ਹੈ। ਤੇ ਮੈਂ ਚਾਹੁੰਦਾ ਹਾਂ ਕਿ ਜਿੰਨੇ ਮੇਰੇ ਭੈਣ ਭਰਾ ਮੇਰੇ ਮਰਨ ਤੋਂ ਪਹਿਲਾਂ ਚਾਨਣ 'ਚ ਆ ਜਾਣ, ਉਹਦੇ ਲਈ ਧੰਨਵਾਦ ਹੈ। ਉਸ ਚਾਨਣ ਨੂੰ ਵੀ ਕੀ ਹੋ ਜਾਣ? ਭਲਾ ਦੇਖ ਲੈਣ। ਸੋ ਇਸ ਲਈ ਧਿਆਨ ਦੇ ਨਾਲ ਗੱਲ ਸੁਣਨੀ ਆ। ਗੱਲ ਜਦੋਂ ਕਰਨਾ ਅਸੀਂ ਕੋਈ ਮਿਸਾਲ ਦੇਣੀ, ਤੇ ਇਹਦਾ ਮਤਲਬ ਇਹ ਨਹੀਂ ਵੀ ਕਿਸੇ ਤੇ ਕੋਈ ਟਾਂਚ ਟੀਚਰ ਕਰ ਰਹੇ ਆ। ਇੱਕ ਸੱਚਾਈ ਨੂੰ ਕੀ ਕਰ ਰਹੇ ਆ? ਖੋਲ ਕੇ ਦੱਸ ਰਹੇ। ਮੈਂ ਆਪਣੇ ਬਾਰੇ ਤੁਹਾਨੂੰ ਦੱਸਦਾ ਕਿੱਦਾਂ ਦਾ ਮੈਂ ਸੀ। ਇਹ ਭਾਜੀ ਹੁਣ ਜਦੋਂ ਸਾਡੇ ਕੋਲ ਜਲੰਧਰ ਦੇ ਵਿੱਚ ਗਏ ਤੇ ਇਹਨਾਂ ਨੇ ਮੈਕ ਫੜ ਕੇ, ਮੇਰਾ ਖਿਆਲ ਜ਼ਿੰਦਗੀ 'ਚ ਪਹਿਲੀ ਵਾਰੀ ਬੋਲੇ ਹੋਣੇ, ਬੜੀ ਦਲੇਰੀ ਨਾਲ ਬੋਲਿਆ, ਕਿਉਂਕਿ ਰੱਬ ਨੇ ਕੀ ਕੀਤਾ ਸੀਗਾ, ਇਹਨਾਂ ਦੀ ਜ਼ਿੰਦਗੀ 'ਚ ਕੁਛ ਕੀਤਾ ਸੀਗਾ ਤੇ ਬੋਲਣ ਦਾ ਦਲੇਰੀ ਮਿਲ ਗਈ। ਹਾਲੇਲੂਇਆ। ਸੋ ਇਸੇ ਪ੍ਰਕਾਰ ਸਾਡੇ ਜੀਵਨਾਂ ਦੇ ਵਿੱਚ ਵੀ ਜਦੋਂ ਖੁਦਾ ਕੁਛ ਕਰਦਾ ਤੇ ਸਾਨੂੰ ਦਲੇਰੀ ਹੁੰਦੀ ਆ, ਸਾਨੂੰ ਇੱਕ ਚਿੰਤਾ ਹੁੰਦੀ, ਜਿੱਦਾਂ ਪ੍ਰਮਾਤਮਾ ਨੂੰ ਚਿੰਤਾ ਵੀ ਕੋਈ ਵੀ ਇਨਸਾਨ ਪਾਪ ਵਿੱਚ ਕਿਤੇ ਮਰ ਨਾ ਜਾਏ, ਕਿਉਂਕਿ ਅੱਗੇ ਕੋਈ ਛੁਟਕਾਰਾ ਹੈਗਾ ਨਹੀਂ। ਕਿਸੇ ਨੇ ਖੋਤਾ ਘੋੜਾ ਬਣ ਕੇ ਵਾਪਸ ਆਉਣਾ ਨਹੀਂ।
ਜਾਨਵਰਾਂ ਦੇ ਵਿੱਚ ਪ੍ਰਮਾਤਮਾ ਇਨਸਾਨ ਦੀ ਆਤਮਾ ਨੂੰ ਪਾਉਂਦਾ ਨਹੀਂ। ਨਾਲੇ ਜਾਨਵਰਾਂ ਵਿੱਚ ਆਤਮਾ ਹੁੰਦੀ ਨਹੀਂ। ਜਦੋਂ ਬੰਦਾ ਮਰਦਾ ਸਰੀਰ ਇੱਥੇ ਦੱਬਿਆ ਜਾਂਦਾ ਤੇ ਗਾਂਹ ਕੌਣ ਜਾਂਦੀ ਆ? ਆਤਮਾ ਕਿਸੇ ਡੰਗਰ ਪਸ਼ੂ 'ਚ ਰੱਬ ਪਾਉਂਦਾ ਨਹੀਂ, ਕਿਉਂਕਿ ਉਹਦਾ ਆਤਮਾ ਆ। ਉਹ ਕਿਸੇ ਕੋੜ ਕਿਰਲੀ ਵਿੱਚ, ਕਿਸੇ ਡੱਡੂ ਵਿੱਚ, ਕਿਸੇ ਗੰਦੇ ਜਿਹੇ ਜਾਨਵਰ ਵਿੱਚ ਆਪਣੀ ਆਤਮਾ ਨੂੰ ਪਾਊਗਾ ਨਹੀਂ। ਹਾਂ, ਆਪਣੀ ਆਤਮਾ ਨੂੰ ਸਜ਼ਾ ਜ਼ਰੂਰ ਦੇ ਦੂਗਾ, ਅੱਗ ਵਿੱਚ ਸੜਦੀ ਰਹੂਗੀ ਜੇਕਰ ਉਹਦੀ ਆਤਮਾ ਉਹਦੇ ਵਿੱਚ ਜਾ ਕੇ ਮਿਲੀ ਨਾ ਤਾਂ। ਹੋਰ ਕੁਝ ਨਹੀਂ, ਹੋਰ ਕੋਈ ਦੂਜਾ ਜਨਮ ਹੈ ਨਹੀਂਗਾ। ਹਾਲੇਲੂਇਆ। ਇਸ ਗੱਲ ਦਾ ਜਿਹੜਾ ਭੁਲੇਖਾ ਅੱਜ ਕੱਲ੍ਹ ਦੇ ਗੁਰੂਆਂ ਨੇ ਪਾਇਆ ਹੋਇਆ, ਇਦਾਂ ਦਾ ਕੋਈ ਸਿਸਟਮ ਨਹੀਂ, ਕੋਈ ਦੂਜਾ ਜਨਮ ਨਹੀਂ, ਇੱਕੋ ਹੀ ਜਨਮ ਹੈ। ਔਰ ਇਹਦੇ ਵਿੱਚ ਅਸੀਂ ਪਾਪ 'ਚ ਹੀ ਪੈਦਾ ਹੁੰਦੇ ਹਾਂ। ਔਰ ਇਸੇ ਜਨਮ ਵਿੱਚ ਸਾਨੂੰ ਪਾਪ ਤੋਂ ਛੁਟਕਾਰਾ ਪਾਉਣ ਦੇ ਲਈ ਸਮਾਂ ਹੈਗਾ, ਮੌਕਾ ਹੈਗਾ। ਜੇ ਅਸੀਂ ਮਨ ਸਖਤ ਰੱਖਾਂਗੇ ਛੁਟਕਾਰਾ ਨਹੀਂ ਪਾਵਾਂਗੇ। ਮਰਾਂਗੇ ਤੇ ਅਚਾਨਕ ਅੱਖ ਨਰਕ ਦੇ ਵਿੱਚ ਖੁੱਲਣੀ ਆ। ਤੇ ਜੇ ਅੱਖ ਨਰਕ ਵਿੱਚ ਖੁੱਲੀ ਤਾਂ ਕੋਈ ਫਾਇਦਾ ਹੋਣ ਵਾਲਾ ਨਹੀਂ, ਕਿਉਂਕਿ ਨਰਕ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਕੀ ਹੋ ਜਾਣੀ? ਖਤਮ। ਹਾਲੇਲੂਇਆ। ਜਿਹਦੇ ਜੀ ਆਪਣੇ ਤੇ ਕਿਰਪਾ ਨੂੰ ਕਿਦੋਂ ਪਾ ਸਕਦੇ ਆਪਾਂ? ਜਿਹਦੇ ਜੀ ਪਾ ਸਕਦੇ ਆ। ਤੇ ਜਦੋਂ ਮਰ ਗਏ ਫਿਰ ਕਿਰਪਾ ਵੀ ਕੀ ਹੋਏ? ਖਤਮ ਹੋ ਜਾਣੀ। ਹਾਲੇਲੂਇਆ। ਇਸ ਲਈ ਜਦੋਂ ਖੁਦਾ ਨੇ ਸਾਡੇ ਤੇ ਇਹ ਰਹਿਮ ਕੀਤਾ ਹੈ ਤੇ ਸਾਨੂੰ ਦੇਖਣਾ ਪੈਣਾ। ਮੈਂ ਜਦੋਂ ਇਸ ਤਰੀਕੇ ਨਾਲ ਚੱਲਦਾ ਸੀਗਾ, ਸਾਰਾ ਮੇਰਾ ਜੀਵਨ ਇਦਾਂ ਦਾ ਸੀ, ਉਤਲ ਪੁਤਲ ਵਾਲਾ ਸੀਗਾ, ਹਨੇਰੇ ਦਾ ਸੀਗਾ। ਲੇਕਿਨ ਜਦੋਂ ਮੇਰੇ ਭਰਾਵਾਂ ਨੇ ਪ੍ਰਭੂ ਨੂੰ ਕਬੂਲ ਕੀਤਾ, ਉਹਨਾਂ ਨੇ ਪ੍ਰਭੂ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰਤੀਆਂ ਤੇ ਮੇਰੇ ਅੰਦਰ ਉਹ ਚਾਨਣ ਆਉਣਾ ਸ਼ੁਰੂ ਹੋ ਗਿਆ। ਮੈਨੂੰ ਆਪਣੀ ਜ਼ਿੰਦਗੀ ਤੋਂ ਸ਼ਰਮ ਆਉਣੀ ਸ਼ੁਰੂ ਹੋ ਗਈ। ਜਿਹੜਾ ਮੇਰਾ ਪਰਿਵਾਰ ਟੱਬਰ ਮੈਨੂੰ ਬੜਾ ਇੱਕ ਭਗਤ ਬੰਦਾ, ਚੰਗਾ ਬੰਦਾ, ਨੇਕ ਬੰਦਾ ਸਮਝਦੇ ਸੀਗੇ ਤੇ ਉਹਨਾਂ ਦੀ ਸਮਝਣ ਦੇ ਨਾਲ ਵੀ ਮੈਨੂੰ ਕੋਈ ਇਦਾਂ ਦਾ ਫਰਕ ਪੈਣ ਵਾਲਾ ਨਹੀਂ ਸੀ। ਹਾਲੇਲੂਇਆ। ਕਿਉਂਕਿ ਮੈਨੂੰ ਪਤਾ ਲੱਗ ਗਿਆ ਮੇਰਾ ਪਰਿਵਾਰ, ਮੇਰੇ ਭੈਣ ਭਰਾ ਜਿੰਨਾ ਮਰਜ਼ੀ ਮੈਨੂੰ ਨੇਕ ਕਹਿਣ, ਜਿੰਨੀ ਦੇਰ ਪ੍ਰਮਾਤਮਾ ਦੀ ਨਿਗਾਹ ਵਿੱਚ ਮੈਂ ਨੇਕ ਨਹੀਂ ਨਾ ਬਣਦਾ, ਉਨੀ ਦੇਰ ਤੱਕ ਮੁਕਤੀ ਮਿਲ ਸਕਦੀ ਨਹੀਂ। ਹਾਲੇਲੂਇਆ। ਸੋ ਮੈਂ ਫਿਰ ਜਦੋਂ ਚਾਨਣ ਮੇਰੇ ਤੇ ਪ੍ਰਕਾਸ਼ ਹੋਇਆ ਤੇ ਉਸ ਚਾਨਣ ਵਿੱਚ ਮੈਂ ਆਪਣੀ ਜ਼ਿੰਦਗੀ ਨੂੰ ਦੇਖਿਆ, ਆਪਣੀ ਜ਼ਿੰਦਗੀ ਦੀ ਗੰਦਗੀ ਨੂੰ ਦੇਖਿਆ, ਆਪਣੇ ਉੱਤੇ ਪਾਪ ਦੀ ਅਸਰ ਨੂੰ ਦੇਖਿਆ। ਉਹਨਾਂ ਤਾਕਤਾਂ ਜਿਹੜੀਆਂ ਅੱਜ ਸਾਡੇ ਘਰਾਂ ਨੂੰ ਬੰਨ੍ਹਦੀਆਂ, ਜੀਵਨਾਂ ਨੂੰ ਬੰਨ੍ਹ ਕੇ ਰੱਖਦੀਆਂ, ਅੱਖਾਂ ਨੂੰ ਬੰਨ੍ਹ ਕੇ ਰੱਖਦੀਆਂ, ਮਨ ਨੂੰ ਬੰਨ੍ਹ ਕੇ ਰੱਖਦੀਆਂ, ਸਾਡੇ ਕੋਲ ਗੰਦ ਬੁਲਵਾਉਂਦੀਆਂ, ਗੰਦ ਕਰਵਾਉਂਦੀਆਂ, ਪਾਪ ਕਰਵਾਉਂਦੀਆਂ ਆ, ਉਹ ਸਾਰੀਆਂ ਤਾਕਤਾਂ ਮੇਰੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਮੈਨੂੰ ਦਿਸਣੀਆਂ ਸ਼ੁਰੂ ਹੋ ਗਈਆਂ। ਸੋ ਉਸ ਚਿੱਕੜ ਦੇ ਵਿੱਚ ਮੈਂ ਜਿਹੜਾ ਪਾਪ ਦੇ ਚਿੱਕੜ 'ਚ ਸੀਗਾ, ਪਹਿਲਾਂ ਉਸ ਚਿੱਕੜ ਦੇ ਵਿੱਚ ਸਵਾਦ ਲੈਂਦਾ ਸੀਗਾ, ਕਿਉਂਕਿ ਅੱਖਾਂ ਕੀ ਸੀਗੀਆਂ? ਹਨੇਰੀਆਂ ਸੀਗੀਆਂ। ਤੇ ਉਹ ਮੈਨੂੰ ਉਹ ਜਿਹੜਾ ਚਿੱਕੜ ਸੀਗਾ ਆਈਸਕ੍ਰੀਮ ਵਾਂਗੂ ਸਮਝ ਕੇ ਮੈਂ ਚੱਟੀ ਜਾਂਦਾ ਸੀਗਾ। ਲੇਕਿਨ ਜਦੋਂ ਮੇਰੀ ਅੱਖ ਖੁੱਲ ਗਈ, ਮੈਨੂੰ ਪਤਾ ਲੱਗਾ ਇਹ ਆਈਸਕ੍ਰੀਮ ਨਹੀਂ, ਇਹ ਕੀ ਆ? ਇਹ ਤਾਂ ਚਿੱਕੜ ਆ। ਇਹਦੇ 'ਚ ਤਾਂ ਜਿਹੜੇ ਜਾਨਵਰ ਆ ਕਈ ਮਰੇ ਵੀ ਪਏ ਆ, ਇਹਦੇ 'ਚ ਤਾਂ ਕਈਆਂ ਜਾਨਵਰਾਂ ਨੇ ਹੱਗਿਆ ਮੁੱਤਿਆ ਵੀ ਹੋਇਆ, ਜਿਹਨੂੰ ਮੈਂ ਕੀ ਕਰੀ ਜਾਂਦਾ ਸੀਗਾ? ਚੱਟੀ ਜਾਂਦਾ ਸੀਗਾ। ਸਮਝਦੇ ਮੇਰੀਆਂ ਗੱਲਾਂ ਨੂੰ? ਹਾਲੇਲੂਇਆ। ਇਸ ਲਈ ਜਦੋਂ ਇਹ ਹਾਲਤ ਮੇਰੇ ਤੇ ਹੋ ਗਈ, ਯਿਸੂ ਮਸੀਹ ਜਿੱਦਾਂ ਕਹਿ ਰਿਹਾ ਕਿ ਮੈਂ ਚਾਨਣ ਆ, ਜਿਹੜਾ ਮੇਰੇ ਪਿੱਛੇ ਆਉਂਦਾ ਕੀ ਹੁੰਦਾ ਹੈ? ਕਦੀ ਹਨੇਰੇ ਵਿੱਚ ਰਹਿੰਦਾ ਨਹੀਂ। ਹਾਂ। ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲਾਂ ਕੀਤੀਆਂ ਅਤੇ ਕਿਹਾ, ਮੈਂ ਸੰਸਾਰ ਦਾ ਚਾਨਣ ਹਾਂ। ਕਿੰਨੇ ਕਾਹਦਾ ਚਾਨਣ ਆ ਵੀ? ਬਠਿੰਡੇ ਦਾ? ਸੰਸਾਰ ਦਾ ਹੀ। ਪੰਜਾਬ ਦਾ? ਸੰਸਾਰ ਦਾ। ਹਿੰਦੁਸਤਾਨ ਦਾ? ਸਾਰੇ ਸੰਸਾਰ ਦਾ ਜੀ। ਪੂਰੇ ਸੰਸਾਰ ਦਾ ਚਾਨਣ ਆ। ਆਪਾਂ ਜਿਹੜੇ ਗੁਰੂਆਂ ਨੂੰ ਚੱਕੀ ਫਿਰਦੇ ਆ, ਉਹ ਕਿੱਥੇ ਕਿੱਥੇ ਦੇ ਆ? ਇੱਕ ਮਹੱਲੇ ਦੇ ਆ, ਇੱਕ ਸ਼ਹਿਰ ਦੇ ਆ। ਗੋਰੇ ਤਾਂ ਉਹਨਾਂ ਨੂੰ ਜਾਣਦੇ ਵੀ, ਉਹ ਕਾਲੇ ਜਿਹੜੇ ਆ ਉਹ ਜਾਣਦੇ ਹੀ ਨਹੀਂ। ਰੂਸ ਵਾਲੇ ਕਿਸੇ ਨੂੰ ਜਾਣਦੇ ਨਹੀਂ। ਲੇਕਿਨ ਇਹੀ ਇੱਕ ਗੁਰੂ ਐਸਾ ਹੋਇਆ ਜਿਹਨੂੰ ਸਾਰਾ ਸੰਸਾਰ ਕੀ ਕਰਦਾ ਆ? ਜਾਣਦਾ। ਮੰਨੇ ਚਾਹੇ ਨਾ ਮੰਨੇ, ਪਰ ਸਾਰੇ ਜਾਣਦੇ ਆ ਇਹ ਕੌਣ ਆ? ਮੁਕਤੀ ਦਾਤਾ। ਇਹ ਆ ਜਿਹੜਾ ਦੁਨੀਆ ਦੇ ਪਾਪਾਂ ਦੀ ਖਾਤਰ ਕੀ ਹੋਇਆ? ਮਰਿਆ ਆ। ਕੋਈ ਅਗਰ ਆਪਣਾ ਪਾਪ ਮੰਨ ਲਵੇ ਤਾਂ ਉਹ ਕੀ ਪਾ ਸਕਦਾ ਆ? ਛੁਟਕਾਰਾ ਪਾ ਸਕਦਾ। ਹਾਲੇਲੂਇਆ। ਸੋ ਯਿਸੂ ਕਹਿੰਦਾ ਆ, ਮੈਂ ਜਗਤ ਦੀ ਜੋਤੀ ਆ, ਜਿਹੜਾ ਮੇਰਾ ਪਿੱਛੇ ਆਉਂਦਾ ਆ ਉਹ ਹਨੇਰੇ ਵਿੱਚ ਨਹੀਂ ਰਹੂਗਾ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜਾਵੇਗਾ, ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ। ਉਹਦੇ ਕੋਲ ਕਿਹੜਾ ਚਾਨਣ ਹੋਗਾ ਬਈ? ਸੂਰਜ ਦਾ ਨਹੀਂ, ਦੀਵੇ ਵਾਲਾ ਨਹੀਂ। ਦੀਵਾ ਬਾਲ ਕੇ ਭਗਤੀ ਕਰਦੇ ਨੇ। ਦੀਵਾ ਬਾਲ ਕੇ ਕਿਹੜੇ ਰੱਬ ਦੀ ਭਗਤੀ ਕਰਦੇ ਆ? ਇਹਦਾ ਮਤਲਬ ਜਿਹੜਾ ਦੀਵਾ ਬਾਲ ਕੇ ਕੋਈ ਭਗਤੀ ਕਰਦਾ ਆ, ਉਹ ਉਸ ਰੱਬ ਦੀ ਭਗਤੀ ਕਰਦਾ ਜਿਹੜਾ ਹਨੇਰੇ 'ਚ ਰਹਿੰਦਾ। ਜਿਹੜਾ ਰੱਬ ਆਪ ਚਾਨਣ ਆ, ਉਹਨੂੰ ਕਿਸੇ ਦੀਵੇ ਦੀ ਲੋੜ ਨਹੀਂ। ਜਿਹੜੇ ਰੱਬ ਨੇ ਏਡਾ ਵੱਡਾ ਸੂਰਜ ਬਣਾਇਆ, ਉਹਨੂੰ ਸਾਡੇ ਏਡੇ ਕੁ ਦੀਵੇ ਦੀ ਜੋਤ ਦੀ ਲੋੜ ਨਹੀਂ। ਕਿਉਂਕਿ ਉਹ ਕੀ ਪਾਊਗਾ? ਜੀਵਨ ਦੀ ਜੋਤ ਪਾਊਗਾ। ਕੌਣ ਪਾਊਗਾ? ਜਿਹੜਾ ਮੇਰੇ ਪਿੱਛੇ ਆਊਗਾ। ਯਿਸੂ ਦਾ ਕਹਿ ਰਹੇ। ਹਾਲੇਲੂਇਆ। ਸੋ ਪਾਪੀ ਜੀਵਨ 'ਚ ਮਨ ਹਨੇਰਾ ਆ, ਲੇਕਿਨ ਜਦੋਂ ਕੋਈ ਪਾਪ ਤੋਂ ਤੌਬਾ ਕਰਦਾ ਯਿਸੂ ਦੇ ਨਾਮ 'ਚ, ਉਹਦੇ ਕੋਲ
ਕੀ ਆ ਜਾਂਦਾ ਹੈ? ਜੀਵਨ ਦੀ ਜੋਤ ਆ ਜਾਂਦੀ। ਦੱਸੋ ਲੈਣੀ ਚਾਹੁੰਦੇ ਕਿ ਨਹੀਂ? ਉਹ ਜੀਵਨ ਦੀ ਜੋਤ ਲੈਣੀ ਚਾਹੁੰਦੇ ਤੇ ਫਿਰ ਕੀ ਕਰਨਾ ਪੈਣਾ? ਆਪਣੇ ਪਾਪ ਨੂੰ ਮੰਨਣਾ ਪੈਣਾ। ਕਿਹਦੇ ਨਾਮ 'ਚ ਮੰਨਣਾ ਪੈਣਾ? ਯਿਸੂ ਮਸੀਹ ਦੇ ਨਾਮ 'ਚ। ਆਪਾਂ ਕਹਾਂਗੇ ਨਹੀਂ ਅਸੀਂ ਤਾਂ ਪਾਪ ਨੂੰ ਮੰਨਦੇ ਹਾਂ, ਅਸੀਂ ਜਿਹਨੂੰ ਵੀ ਮੰਨਦੇ ਉਹਦੇ ਨਾਮ 'ਚ ਪਾਪ ਨੂੰ ਮੰਨਦੇ। ਵਚਨ 'ਚ ਲਿਖਿਆ ਧਰਤੀ ਦੇ ਉੱਤੇ ਆਕਾਸ਼ ਦੇ ਥੱਲੇ ਹੋਰ ਕੋਈ ਨਾਮ ਦਿੱਤਾ ਹੀ ਨਹੀਂ ਗਿਆ ਜਿਹਦੇ ਤੋਂ ਬਚਾਏ ਜਾਣਾ। ਇਸ ਲਈ ਜਿਹੜੀ ਤੇਰੀ ਪਾਪ ਤੋਂ ਤੌਬਾ ਹੈ, ਬਚਾਏ ਜਾਣ ਲਈ ਜਿਹੜੀ ਤੇਰੀ ਪਾਪ ਤੋਂ ਤੌਬਾ, ਉਹਦੇ ਲਈ ਇੱਕੋ ਹੀ ਨਾਮ ਦਿੱਤਾ ਗਿਆ। ਉਹ ਕਿਹੜਾ ਨਾਮ ਆ? ਯਿਸੂ ਮਸੀਹ। ਹੋਰ ਕਿਸੇ ਨਾਮ ਤੋਂ ਪਾਪ ਤੋਂ ਮਾਫੀ ਹੈਗੀ? ਸੋ ਅੱਜ ਦੂਸਰੀ ਗੱਲ ਦੇਖਦੇ ਹਾਂ। ਇੱਕ ਗੱਲ ਆਪਾਂ ਦੇਖੀ ਆ, ਪਾਪ 'ਚ ਫਸਿਆ ਪਿਆ ਜੀਵਨ, ਉਹਦੇ ਮਨ 'ਚ ਹਨੇਰਾ ਆ। ਜਿਹਦੇ ਪਾਪ ਮਾਫ ਹੋ ਗਏ ਆ, ਉਹਨੇ ਜੀਵਨ ਦੀ ਜੋਤ ਨੂੰ ਕੀ ਕਰ ਲਿਆ ਆ? ਪਾ ਲਿਆ। ਦੂਜੀ ਗੱਲ ਆਪਾਂ ਦੇਖਦੇ ਹਾਂ, ਰੋਮੀਓ 1:24 ਹੈ। ਇਸ ਕਾਰਨ ਪਰਮੇਸ਼ਰ ਨੇ ਵੀ ਉਹਨਾਂ ਦੇ ਮਨਾਂ ਦੇ ਬੁਰੇ ਵਿਚਾਰਾਂ ਅਤੇ ਗੰਦਮਨ ਦੇ ਵਸ ਵਿੱਚ ਕਰ ਦਿੱਤਾ। ਧਿਆਨ ਨਾਲ ਸੁਣੋ, ਧਿਆਨ ਨਾਲ ਸੁਣਿਓ। ਇਹ ਵਚਨ ਜਿਹੜੇ ਆ ਕੀਮਤੀ ਮੋਤੀ ਆ, ਬਾਅਦ ਚ ਮਿਲਣੇ ਨਹੀਂ। ਪਾਦਰੀ ਬਹੁਤ ਆਉਣਗੇ, ਬੜੇ ਤੁਹਾਡੇ ਚਮਤਕਾਰ ਦੇ ਦਾਅਵੇ ਕਰਨਗੇ, ਚਮਤਕਾਰ ਕਰਕੇ ਵੀ ਜਾਣਗੇ, ਪਰ ਆਹ ਚਾਨਣ ਦੇ ਕੇ ਜਾਣਗੇ ਨਹੀਂ। ਹਾਲੇਲੂਇਆ। ਇਸ ਲਈ ਧਿਆਨ ਨਾਲ ਸੁਣੋ, ਰੱਬ ਤੋਂ ਡਰਦੇ ਹੋਏ ਸੁਣੋ, ਨਾਲ ਮਨ 'ਚ ਇਦਾਂ ਕਹਿੰਦੇ ਹੋਏ ਸੁਣੋ, ਇਹ ਪ੍ਰਮਾਤਮਾ ਅੱਜ ਮੇਰੇ ਤੇ ਜੀਵਨ ਦੀ ਜੋਤ ਚਮਕਾ ਦੇ। ਉਹ ਜ਼ਰੂਰ ਚਮਕਾਊਗਾ। ਅੱਜ ਰਾਤ ਹੀ ਤੁਹਾਨੂੰ ਮਹਿਸੂਸ ਹੋਗਾ ਕਿ ਤੁਹਾਡਾ ਰੱਬ ਜਿਹਨੇ ਤੁਹਾਨੂੰ ਬਣਾਇਆ ਆ, ਉਹ ਤੁਹਾਡੇ ਨਾਲ ਕਿੰਨਾ ਪਿਆਰ ਕਰਦਾ। ਹਾਲੇਲੂਇਆ। ਸੋ ਇੱਥੇ ਕੀ ਹੋ ਗਿਆ? ਆਪਾਂ ਉੱਪਰ ਦੇਖਿਆ, ਮਨ ਕੀ ਹੋ ਗਿਆ? ਹਨੇਰਾ। ਤੇ ਦੂਸਰਾ ਪਾਪ ਦੇ ਵਿੱਚ ਚੱਲ ਰਹੇ ਇਨਸਾਨ ਦੀ ਹਾਲਤ ਕੀ ਆ? ਅਭਿਲਾਸ਼ਾ ਦਾ ਕੀ ਹੋਇਆ ਆ? ਮਾਰਿਆ ਪਿਆ। ਮਨ ਵਿੱਚ ਕੀ ਆ? ਅਭਿਲਾਸ਼ਾ। ਇੱਕ ਤਾਂ ਮਨ ਵਿੱਚ ਕੀ ਹੋ ਗਿਆ? ਹਨੇਰਾ। ਦੂਸਰਾ ਇਹਦੇ ਮਨ ਵਿੱਚ ਪਾਪੀ ਦੇ ਕੀ ਆ ਭਲਾ? ਅਭਿਲਾਸ਼ਾ। ਅਭਿਲਾਸ਼ਾ ਕੀ ਹੁੰਦਾ? ਮਨ ਦੀ ਕਾਮਨਾ, ਹਨਾ, ਮਨ ਦੀਆਂ ਇੱਛਾਵਾਂ। ਦੇਖੋ, ਜਦੋਂ ਬੰਦੇ ਦਾ ਮਨ ਹੀ ਮੈਲਾ ਹੋ ਗਿਆ ਤੇ ਉਹਦੀ ਇੱਛਾ ਪਵਿੱਤਰ ਹੋ ਸਕਦੀ? ਦੱਸਿਓ ਮਾੜਾ ਜਿਹਾ ਮੈਨੂੰ। ਬੰਦੇ ਦਾ ਮਨ ਮੈਲਾ ਹੋ ਗਿਆ, ਕਿਸੇ ਵੀ ਜਾਤ ਬਰਾਦਰੀ ਦਾ ਹੋਵੇ, ਮਨ ਮੈਲਾ ਹੋ ਗਿਆ, ਉਹਦੀ ਜਿਹੜੀ ਆ ਇੱਛਾ ਆ ਉਹ ਪਵਿੱਤਰ ਹੋ ਸਕਦੀ ਨਹੀਂ। ਉਹਦੀ ਕਾਮਨਾ ਪਵਿੱਤਰ ਹੋ ਸਕਦੀ ਨਹੀਂ। ਉਹਦੀ ਮੰਗ ਪਵਿੱਤਰ ਹੋ ਸਕਦੀ ਨਹੀਂ। ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਮੰਗ ਹੁੰਦੀ ਕੀ ਆ, ਉਹਨੂੰ ਤਾਂ ਪਤਾ ਹੀ ਨਹੀਂ ਰੱਬ ਹੁੰਦਾ ਕੀ ਆ। ਉਹ ਤਾਂ ਪੂਛ ਵਾਲੇ ਨੂੰ ਵੀ ਰੱਬ ਕਹਿ ਦਿੰਦਾ, ਹੰਨ ਵਾਲੇ ਨੂੰ ਵੀ ਰੱਬ ਕਹਿ ਦਿੰਦਾ, ਪਹਾੜ ਨੂੰ ਵੀ ਦੇਖ ਕੇ ਰੱਬ ਕਹਿ ਦਿੰਦਾ, ਕਿਸੇ ਪੇੜ ਨੂੰ ਵੀ ਦੇਖ ਕੇ ਰੱਬ ਕਹਿ ਦਿੰਦਾ, ਕਿਸੇ ਬਹਿੰਦੀ ਨਦੀ ਨੂੰ ਵੀ ਦੇਖ ਕੇ ਰੱਬ ਕਹਿ ਦਿੰਦਾ। ਕੋਈ ਨੰਗਾ ਜਿਹਾ ਬਾਬਾ ਤੁਰਿਆ ਫਿਰਦਾ ਹੋਵੇ, ਜਿਹਨੂੰ ਪਾਉਣ ਦਾ ਵੀ ਚੱਜ ਨਾ ਹੋਵੇ ਕੱਪੜਾ, ਸਿਰ 'ਚ ਉਹਦੇ ਸਵਾਹ ਪਈ ਹੋਵੇ, ਉਹਨੂੰ ਵੀ ਰੱਬ ਕਹਿ ਦਿੰਦਾ। ਕਿਉਂਕਿ ਉਹਦਾ ਮਨ ਕੀ ਹੋਇਆ ਭਲਾ? ਹਨੇਰਾ ਹੋਇਆ। ਉਹਦੇ ਲਈ ਸਾਰੇ ਰੱਬ ਆ। ਸੱਚੇ ਰੱਬ ਤੋਂ ਇਲਾਵਾ ਉਹਦੇ ਲਈ ਸਾਰੇ ਹੀ ਰੱਬ ਹੀ ਆ। ਹਾਲੇਲੂਇਆ। ਪਰ ਜਿਹੜਾ ਮਨ 'ਚੋਂ ਹਨੇਰਾ ਚਲਾ ਗਿਆ, ਉਹਦੇ ਲਈ ਸੱਚਾ ਰੱਬ ਹੀ ਰੱਬ ਆ, ਬਾਕੀ ਸਭ ਜੱਬ ਆ। ਹਾਲੇਲੂਇਆ। ਉਹਦੇ ਲਈ ਕੀ ਆ ਭਲਾ? ਹੋਰ ਕੋਈ ਨਹੀਂ, ਸਿਰਫ ਉਹੀ ਪਰਮੇਸ਼ਰ। ਉਹ ਪਰਮੇਸ਼ਰ ਦੇ ਤੁੱਲ ਹੋਰ ਕਿਸੇ ਨੂੰ ਬਣਾਊਗਾ ਨਹੀਂ। ਕਿਸੇ ਵੀ ਪ੍ਰਮਾਤਮਾ ਦੀ ਰਚਨਾ ਨੂੰ ਉਹ ਪ੍ਰਮਾਤਮਾ ਕਹੂਗਾ ਨਹੀਂ। ਅਸੀਂ ਦੁਨੀਆ ਵਿੱਚ ਜਿੰਨੇ ਵੀ ਹਨੇਰੇ 'ਚ ਲੋਕ ਚੱਲਦੇ, ਉਹ ਪ੍ਰਮਾਤਮਾ ਦੀ ਰਚਨਾ ਨੂੰ ਹੀ ਰੱਬ ਕਹੀ ਜਾਂਦੇ ਆ। ਰਚਨਾ ਨੂੰ ਕੋਈ ਰਚਣ ਵਾਲਾ ਆ, ਉਹ ਰੱਬ ਨਹੀਂ। ਰੱਬ ਅਲੱਗ ਆ ਤੇ ਰਚਨਾ ਕੀ ਆ ਭਲਾ? ਅਲੱਗ ਆ। ਇਸ ਲਈ ਇਹਨਾਂ ਗੱਲਾਂ ਨੂੰ ਆਪਾਂ ਕੀ ਕਰਨਾ? ਸਾਰਿਆਂ ਨੇ ਧਿਆਨ ਕਰਨਾ। ਹਾਲੇਲੂਇਆ। ਸੋ ਇੱਥੇ ਆਪਾਂ ਵਚਨ 'ਚੋਂ ਕੀ ਦੇਖ ਰਹੇ ਹਾਂ? ਮਨ। ਇਸ ਕਾਰਨ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦਮਨ ਦੇ ਵਸ ਕਰ ਦਿੱਤਾ। ਜਦੋਂ ਫਿਰ ਉਹਨਾਂ ਨੇ ਇਸ ਹਨੇਰੇ ਮਨ ਵਿੱਚ ਚਾਨਣ ਪਾਉਣਾ ਨਹੀਂ ਨਾ ਚਾਹਿਆ, ਤੇ ਪ੍ਰਮਾਤਮਾ ਨੇ ਫਿਰ ਕੀ ਕੀਤਾ? ਉਹਨਾਂ ਨੂੰ ਉਹਨਾਂ ਦੇ ਗੰਦੇ ਵਿਚਾਰਾਂ ਦੇ ਵਸ ਦੇ ਵਿੱਚ ਹੀ ਕੀ ਕਰਤਾ? ਛੱਡ ਦਿੱਤਾ। ਜਾਓ, ਆਪਣੀਆਂ ਮਨੋਕਾਮਨਾ ਪੂਰੀਆਂ ਕਰੋ, ਸੰਸਾਰ 'ਚ ਤਰੱਕੀਆਂ ਕਰੋ, ਘਰ ਬੂਏ ਬਣਾਓ, ਬਾਹਰਲੇ ਵੀਜ਼ੇ ਲਗਵਾਓ, ਬੈਂਕਾਂ 'ਚ ਵੱਡਾ ਧਨ ਜਮ੍ਹਾਂ ਕਰੋ। ਜਦੋਂ ਤੇਰਾ ਮੈਂ ਸਾਹ ਖਿੱਚਿਆ ਨਾ, ਕੁਝ ਵੀ ਨਾਲ ਜਾਣਾ ਨਹੀਂ। ਇਹ ਤੇਰਾ ਸਰੀਰ ਵੀ ਨਾਲ ਜਾਣਾ ਨਹੀਂ। ਇਹ ਵੀ ਮਿੱਟੀ 'ਚੋਂ ਲਿਆ ਗਿਆ, ਕਿੱਥੇ ਮਿਲ ਜਾਣਾ ਆ? ਮਿੱਟੀ ਦੇ ਵਿੱਚ ਹੀ। ਹਾਲੇਲੂਇਆ। ਹਾਲੇਲੂਇਆ। ਇਸ ਲਈ ਸਾਡੇ ਲਈ ਜਿਹੜੀ ਗੱਲਬਾਤ ਹੈ ਉਹ ਹੈਗਾ ਆ, ਪਹਿਲਾਂ ਤਾਂ ਪਾਪੀ ਦੇ ਜੀਵਨ ਦੇ ਵਿੱਚ ਕੀ ਆ? ਮਨ ਹਨੇਰੇ ਨਾਲ ਭਰਿਆ। ਤੇ ਪ੍ਰਮਾਤਮਾ ਨੇ ਵੀ ਕੀ ਕੀਤਾ ਹੈ? ਜਦੋਂ ਇਹਨੇ ਚਾਨਣ ਨੂੰ ਚਾਹਿਆ ਤੇ ਉਹਦੇ ਬੁਰੀਆਂ ਅਭਿਲਾਸ਼ਾਂ 'ਚ ਉਹਨੂੰ ਛੱਡ ਦਿੱਤਾ। ਅੱਜ ਲੋਕ ਛੱਡੇ ਹੋਏ ਆ। ਆ ਜਿੰਨੇ ਵੀ ਮੋਦੀ ਛੋਦੀ ਆ ਨਾ, ਜਿੰਨੇ ਵੀ ਆਪਾਂ ਦੇਖਦੇ ਹਾਂ, ਇਹ ਸਾਰੇ ਇਹਨਾਂ ਦੀਆਂ ਅਭਿਲਾਸ਼ਾਂ ਤੇ ਛੱਡੇ ਹੋਏ। ਕਰ ਲਓ ਧਰਤੀ ਤੇ ਰਾਜ ਵੀ, ਜਿਹੜੇ ਤੁਹਾਡੇ ਕੋਲ 40-50 ਸਾਲ 70 ਸਾਲ ਹੈਗੇ ਆ। ਇਸ ਤੋਂ ਬਾਅਦ ਤੁਸੀਂ ਕਿੱਥੇ ਰਾਜ ਕਰਨਾ ਭਲਾ? ਨਰਕ ਦੇ ਵਿੱਚ ਹੀ ਜਾਣਾ।
ਕਿਉਂਕਿ ਮੇਰੇ ਕੋਲ ਤੁਸੀਂ ਆ ਨਹੀਂ ਸਕਦੇ, ਕਿਉਂਕਿ ਜਿਹੜਾ ਇੱਥੇ ਦਾ ਰਾਜਪਾਟ ਤਿਆਗੂਗਾ ਨਹੀਂ, ਜਿਹੜਾ ਇਸ ਸੰਸਾਰ ਦੀਆਂ ਅਭਿਲਾਸ਼ਾਂ ਨੂੰ ਛੱਡੂਗਾ ਨਹੀਂ, ਉਹ ਮੇਰੇ ਤੱਕ ਪਹੁੰਚ ਸਕਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਸੋ ਜੇਕਰ ਪਾਪੀ ਜੀਵਨ ਦੀ ਹਾਲਤ ਇਦਾਂ ਦੀ ਆ, ਤੇ ਪਾਪ ਤੋਂ क्षमा पाए हुए बंदे की हालत का दूसरा स्टेप की आ पतरस की किताब 4 दे 1 तो 12 है। पहला पतरस पहला पतरस 4 दी 1 तो 2। ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਣੋ, ਕਿਉਂਕਿ ਜਿਹਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ। ਹਾਂ ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। ਹੁਣ ਆਪਣੀ ਬਾਕੀ ਦੀ ਉਮਰ ਕਿੱਦਾਂ ਕੱਟਣੀ ਆ? ਪਰਮੇਸ਼ਰ ਦੀ ਇੱਛਾ ਜਾਣਨ ਲਈ। ਆਪਣੀ ਇੱਛਾ ਲਈ ਬੜੀ ਜੀਵਨ ਭੋਗ ਲਿਆ, ਬੜੇ ਪੈਗ ਸ਼ੈਗ ਲਾ ਲਏ, ਬੜਾ ਕੋਈ ਕਰ ਲੈ, ਲੜਾਈਆਂ ਕਰ ਲਿਆ, ਝਗੜੇ ਕਰ ਲਏ, ਦੂਸਰੇ ਨੂੰ ਬਦਨਾਮ ਕਰਦਾ, ਦੂਸਰੇ ਨੂੰ ਲੁੱਟ ਲਿਆ। ਪਰ ਜਦੋਂ ਤੇਰੇ ਤੇ ਚਾਨਣ ਆ ਗਿਆ, ਹੁਣ ਤੇਰਾ ਫਰਜ਼ ਕੀ ਆ? ਹੁਣ ਅਗਲਾ ਜੀਵਨ ਜਿਹੜਾ ਆ ਪ੍ਰਮਾਤਮਾ ਦੀ ਇੱਛਾ ਨੂੰ ਪੂਰਾ ਕਰਨ ਦਾ ਆ। ਇੱਥੇ ਹੁਣ ਆਪਾਂ ਪਾਪ ਦੀ ਦੂਸਰੀ ਹਾਲਤ ਕੀ ਦੇਖਦੇ? ਪਹਿਲੀ ਹਾਲਤ ਆ ਮਨ ਜਿਹੜਾ ਪਾਪੀ ਦਾ ਕੀ ਆ? ਅਭਿਲਾਸ਼ਾ ਨਾਲ ਭਰਿਆ ਪਿਆ। ਦੂਸਰੀ ਗੱਲ ਕੀ ਦੇਖਦੇ? ਪ੍ਰਮਾਤਮਾ ਨੇ ਉਹਦੀ ਅਭਿਲਾਸ਼ਾ ਤੇ ਉਹਨੂੰ ਛੱਡ ਦਿੱਤਾ ਆ। ਤੇ ਇਧਰੋਂ ਆਪਾਂ ਕੀ ਦੇਖਦੇ ਆ? ਵਚਨ ਦੱਸਦਾ ਹੁਣ ਆਪਣੀ ਬਾਕੀ ਦੀ ਇੱਛਾ ਕੀ ਕਰ? ਆਪਣੇ ਪ੍ਰਮਾਤਮਾ ਦੇ ਹੱਥ ਵਿੱਚ ਸੌਂਪ ਦੇ। ਇਹ ਪ੍ਰਮਾਤਮਾ ਅੱਜ ਤੋਂ ਹੁਣ ਮੇਰੀ ਇੱਛਾ ਨਹੀਂ, ਤੇਰੀ ਇੱਛਾ ਕੀ ਹੋਵੇ? ਪੂਰੀ ਹੋਵੇ। ਮੈਂ ਜਿੰਨੀਆਂ ਵੀ ਇੱਛਾ ਤੇਰੇ ਕੋਲ ਪੂਰੀਆਂ ਕਰਾਈਆਂ, ਕਿਸੇ ਚੋਂ ਵੀ ਮੈਨੂੰ ਸੁੱਖ ਮਿਲਿਆ ਨਹੀਂ। ਪਹਿਲਾਂ ਮੇਰੀ ਇੱਛਾ ਸੀ ਮੇਰਾ ਘਰ ਬਣ ਜਾ, ਘਰ ਬਣ ਗਿਆ, ਸੁੱਖ ਮਿਲਿਆ ਨਹੀਂ। ਫਿਰ ਮੇਰੀ ਇੱਛਾ ਸੀ ਸ਼ਾਦੀ ਹੋ ਜਾਏ, ਸ਼ਾਦੀ ਹੋ ਗਈ, ਸੁੱਖ ਮਿਲਿਆ ਨਹੀਂ। ਫਿਰ ਮੇਰੀ ਇੱਛਾ ਸੀ ਬੱਚੇ ਹੋ ਜਾਣ, ਬੱਚੇ ਮਿਲ ਗਏ, ਸੁੱਖ ਮਿਲਿਆ ਨਹੀਂ। ਫਿਰ ਮੇਰੀ ਇੱਛਾ ਸੀ ਬੈਂਕ 'ਚ ਬਹੁਤ ਸਾਰਾ ਪੈਸਾ ਜਮਾ ਹੋ ਜਾਏ, ਪੈਸਾ ਜਮਾ ਹੋ ਗਿਆ, ਸੁੱਖ ਮਿਲਿਆ। ਇਸ ਲਈ ਮੇਰੀ ਇੱਛਾ ਤੂੰ ਪੂਰੀ ਵੀ ਕੀਤੀ ਆ, ਪੂਰੀ ਵੀ ਹੋਣ ਦਿੱਤੀ ਆ, ਪਰ ਮੇਰੀ ਇੱਛਾ ਨੇ ਮੈਨੂੰ ਬੇਚੈਨ ਹੀ ਕੀਤਾ ਆ। ਮੇਰੀ ਕਾਮਨਾ ਵੱਧਦੀ ਗਈ ਆ ਤੇ ਬੇਚੈਨੀ ਵੀ ਕੀ ਹੁੰਦੀ ਗਈ ਆ? ਵੱਧਦੀ ਗਈ ਆ। ਪਰ ਹੁਣ ਮੈਂ ਬੇਚੈਨ ਰਹਿਣਾ ਨਹੀਂ ਚਾਹੁੰਦਾ, ਕਿਉਂਕਿ ਤੂੰ ਚੈਨ ਦੇਣ ਵਾਲਾ ਪ੍ਰਮਾਤਮਾ ਮੇਰੇ ਤੇ ਰੋਸ਼ਨੀ ਕਰ ਦਿੱਤੀ ਆ। ਇਸ ਲਈ ਮੈਂ ਕੀ ਕਰੂੰਗਾ? ਹੁਣ ਆਪਣੀ ਇੱਛਾ ਨਹੀਂ, ਤੇਰੀ ਇੱਛਾ ਨੂੰ ਲੱਭੂੰਗਾ। ਤੇਰੀ ਇੱਛਾ ਮੇਰੇ ਲਈ ਕੀ ਆ, ਉਸ ਗੱਲ ਨੂੰ ਮੈਂ ਕੀ ਕਰੂੰਗਾ? ਲੱਭੂੰਗਾ। ਹਾਲੇਲੂਇਆ। ਤੀਸਰੀ ਹਾਲਤ ਪਾਪੀ ਦੀ ਦੇਖ ਕੇ ਫਿਰ ਆਪਾਂ ਪ੍ਰਾਰਥਨਾ ਕਰਦੇ ਹਾਂ। ਪਹਿਲੀ ਹਾਲਤ ਪਾਪੀ ਦੀ ਕੀ ਆ? ਕਿ ਉਹਦੀ ਬੁੱਧੀ ਨੂੰ ਕੀ ਹੋਇਆ? ਹਨੇਰਾ ਹੋਇਆ ਹੈ। ਦੂਸਰੀ ਹਾਲਤ ਕੀ ਆ? ਪ੍ਰਮਾਤਮਾ ਨੇ ਬੁੱਧੀ ਨੂੰ ਹਨੇਰੇ ਦੇ ਵਿੱਚ ਹੀ ਛੱਡ ਦਿੱਤਾ ਹੈ। ਜਦੋਂ ਦੇਖਿਆ ਵੀ ਇਹ ਬੰਦਾ ਬਣਨ ਵਾਲਾ ਨਹੀਂ, ਤੇ ਪ੍ਰਮਾਤਮਾ ਨੇ ਉਹਨੂੰ ਉਹਦੀਆਂ ਕਾਮਨਾ, ਉਹਦੇ ਵਿਸ਼ਿਆਂ ਦੇ ਉੱਤੇ ਛੱਡ ਦਿੱਤਾ। ਹਾਲੇਲੂਇਆ। ਤੀਸਰੀ ਹਾਲਤ ਕੀ ਆ? ਪਹਿਲਾ ਤਿਮੋਥੀਅਸ 6 ਅਧਿਆਇ ਦੀ 5 ਹੈ। ਇਹਨਾਂ ਵਚਨਾਂ ਨੂੰ ਕੱਲ ਆਪਾਂ ਹੋਰ ਖੋਲ ਕੇ ਤਸੱਲੀ ਨਾਲ ਸੁਣਾਂਗੇ। 2 ਵਾਰੀ ਆਪਾਂ ਬੈਠਾਂਗੇ ਬੰਦਗੀ ਲਈ। ਇੱਕ ਕਿੰਨੇ ਵਜੇ ਆ? 9 ਤੋਂ 10:15 ਵਜੇ। 9 ਵਜੇ ਪੂਰੇ ਬਹਿਣਾ ਆਪਾਂ। ਠੀਕ ਹੈ। ਜੇ ਤੁਸੀਂ ਲੇਟ ਆਓਗੇ ਤੇ ਅਸੀਂ ਸਮਝ ਲਵਾਂਗੇ ਕਿ ਤੁਹਾਨੂੰ ਪ੍ਰਮਾਤਮਾ ਦੀ ਕਦਰ ਹੈਗੀ ਹੈਗੀ। ਹਾਲੇਲੂਇਆ। ਇਸ ਲਈ ਕਿੰਨੇ ਵਜੇ ਆਉਣਾ ਆ? ਜਿਹੜਾ 9 ਵਜੇ ਸਵੇਰ ਨੂੰ ਉੱਠਦਾ ਉਹ ਵੀ 9 ਵਜੇ ਪਹੁੰਚੇ। ਹਾਲੇਲੂਇਆ। ਹਾਲੇਲੂਇਆ। ਸੋ ਉਸ ਤੋਂ ਬਾਅਦ ਫਿਰ 10:15 ਵਜੇ ਤੋਂ 10:30 ਵਜੇ ਤੱਕ ਕੋਈ ਚਾਹ ਪਾਣੀ ਦਾ ਹਲਕਾ ਜਿਹਾ ਹੋ ਜਾਊਗਾ ਸਿਸਟਮ। ਤੇ ਉਸ ਤੋਂ ਬਾਅਦ ਫਿਰ 15-20 ਮਿੰਟ ਬਾਅਦ ਆਪਾਂ ਫਿਰ ਬੈਠ ਜਾਵਾਂਗੇ ਤੇ ਫਿਰ 12 ਵਜੇ ਆਪਾਂ ਸਮਾਪਤ ਕਰ ਦੇਵਾਂਗੇ। ਹਾਲੇਲੂਇਆ। ਸੋ ਆ ਜਾਓ। ਤੀਸਰੀ ਗੱਲ, ਅਤੇ ਬੁਰੇ ਸ਼ੱਕ ਉਹਨਾਂ ਮਨੁੱਖਾਂ ਵਿੱਚ ਹੁੰਦੇ। ਪਹਿਲਾ ਤਿਮੋਥੀਅਸ 6 ਅਧਿਆਇ ਦੀ 5 ਹੈ। ਅਤੇ ਬੁਰੇ ਸ਼ੱਕ ਉਹਨਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ। ਬੁੱਧ ਵਿਗੜੀ ਹੋਈ ਆ। ਅਤੇ ਜਿਨ੍ਹਾਂ ਕੋਲੋਂ ਸੱਚਾਈ ਜਾਂਦੀ ਆ ਰਹੀ। ਦੁਬਾਰਾ ਸ਼ਬਦ ਪੁੱਕੇ ਜਾ ਸ਼ਬਦ। ਅਤੇ ਬੁਰੇ ਸ਼ੱਕ ਉਹਨਾਂ ਮਨੁੱਖਾਂ ਵਿੱਚ ਹੁੰਦੇ ਹਨ ਹਾਂ। ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ। ਬੁਰੇ ਇੱਥੇ ਕੀ ਲਿਖਿਆ? ਟੰਟੇ ਟੰਟੇ ਹੁੰਦੇ ਆ ਵੀ ਜਿੱਦਾਂ ਬੁਰਾਈ ਦੇ ਪ੍ਰੋਗਰਾਮ ਬਣਾਉਣੇ, ਵਿਅਰਥ ਰਗੜੇ ਝਗੜੇ, ਐਵੇਂ ਪੰਗਾ ਲਈ ਜਾਣਾ, ਐਵੇਂ ਘਰ ਵਾਲੀ ਨੂੰ ਬੋਲੀ ਜਾਣਾ, ਐਵੇਂ ਘਰ ਵਾਲੇ ਨੂੰ ਬੋਲੀ ਜਾਣਾ, ਐਵੇਂ ਬੱਚਿਆਂ ਦੇ ਨਾਲ ਪੰਗੇ, ਐਵੇਂ ਪੜੋਸੀਆਂ ਦੇ ਨਾਲ ਲੜੀ ਜਾਣਾ। ਇਹਨੂੰ ਕਹਿੰਦੇ ਟੰਟੇ। ਪੰਜਾਬੀ ਵਿੱਚ ਸ਼ਬਦ ਕੀ ਆ? ਟੰਟੇ। ਉਹਨਾਂ ਮਨੁੱਖਾਂ ਵਿੱਚ ਹੁੰਦੇ ਆ ਜਿਨ੍ਹਾਂ ਦੀ ਬੁੱਧ ਕੀ ਹੋ ਗਈ? ਭਲਾ ਵਿਗੜ ਗਈ। ਇੱਕ ਦਾ ਮਨ ਹਨੇਰਾ ਹੋ ਗਿਆ, ਫਿਰ ਪ੍ਰਮਾਤਮਾ ਦੇ ਮਨ ਦੀ ਹਾਲਤ ਤੇ ਇਹਨੂੰ ਛੱਡ ਦਿੱਤਾ। ਤੇ ਹੋਰ ਇਹਦੀ ਹਾਲਤ ਕਿੱਦਾਂ ਦੀ ਆ? ਪਾਪੀ ਦੀ। ਬੁੱਧ ਕੀ ਹੋਈ ਹੈ? ਇਹਦੀ ਹਨੇਰੀ ਹੋਈ ਆ, ਵਿਗੜੀ ਹੋਈ ਆ। ਬੁੱਧ ਵਿਗੜੀ ਆ, ਵਿਗੜ ਗਈ। ਹਾਲੇਲੂਇਆ।
ਆ ਜਦੋਂ ਨਿਆਣੇ ਵਿਗੜ ਜਾਂਦੇ ਵੀ ਕੀ ਹੁੰਦਾ? ਕਿਹਨੂੰ ਆਪਾਂ ਕਹਿੰਦੇ ਵਿਗੜਿਆ ਹੋਇਆ ਨਿਆਣਾ? ਵਿਗੜਿਆ ਹੋਇਆ ਨਿਆਣਾ ਕਿਹਨੂੰ ਕਹਿੰਦੇ? ਆ ਜਿਹੜਾ ਫੋਨ ਦੇ ਨਾਲ ਚਿੰਬੜਿਆ ਰਹਿੰਦਾ, ਤੇ ਜਦੋਂ ਉਹਨੂੰ ਫੋਨ ਰੱਖਣ ਲਈ ਕਹੋ ਤੇ ਗਾਲ ਪੈਂਦਾ। ਹਾਲੇਲੂਇਆ। ਫਿਰ ਕਿਹਨੂੰ ਕਹਿੰਦੇ ਵਿਗੜਿਆ ਹੋਇਆ ਨਿਆਣਾ? ਜਿਹੜਾ ਦੂਸਰੇ ਦੀ ਧੀ ਭੈਣ ਤੇ ਗਲਤ ਨਜ਼ਰ ਰੱਖਦਾ ਤੇ ਕਈ ਵਾਰੀ ਲੈ ਕੇ ਭੱਜ ਜਾਂਦਾ। ਇਹ ਕੌਣ ਲੈ ਕੇ ਜਾਂਦਾ ਭਲਾ? ਜਿਹਦੀ ਬੁੱਧ ਕੀ ਹੋਈ ਹੈ ਭਲਾ? ਵੀ ਉਹਨੂੰ ਪਤਾ ਹੀ ਨਹੀਂ ਇਹਦੇ ਰਿਜ਼ਲਟ ਕੀ ਹੋਣਗੇ, ਇਹਦੇ ਨਾਲ ਮੇਰੇ ਪਰਿਵਾਰ ਦੀ ਬਦਨਾਮੀ ਕਿੰਨੀ ਹੋਊਗੀ, ਇਹਦੇ ਨਾਲ ਜਿਹੜੀ ਕੁੜੀ ਨੂੰ ਮੈਂ ਲੈ ਕੇ ਚੱਲਾਂ ਉਹਨਾਂ ਦੇ ਵਿਚਾਰੇ ਜੀਣ ਜੋਗੇ ਰਹਿਣਗੇ ਕਿ ਨਹੀਂ। ਬੁੱਧ ਵਿਗੜੀ ਹੋਈ ਆ, ਉਹਨੇ ਹਿਸਾਬ ਕਿਤਾਬ ਲਾਉਣਾ ਨਹੀਂ, ਕਿਉਂਕਿ ਜਿਹਦੀ ਬੁੱਧ ਵਿਗੜੀ ਹੋਈ ਨਹੀਂ ਉਹਨੇ ਬੜਾ ਹਿਸਾਬ ਕਿਤਾਬ ਲਾਉਣਾ। ਉਹਨੇ ਕਹਿਣਾ ਮੇਰੇ ਮਾਂ-ਬਾਪ ਨੇ ਮੈਨੂੰ ਜੰਮਿਆ ਆ ਤੇ ਉਹਨਾਂ ਨੂੰ ਮੇਰੀ ਚਿੰਤਾ ਆ, ਉਹ ਜਿੱਥੇ ਮੇਰੀ ਸ਼ਾਦੀ ਕਰਨਗੇ ਮੈਨੂੰ ਕੀ ਆ ਭਲਾ? ਕਬੂਲ ਆ। ਉਹ ਜਿੱਦਾਂ ਮੈਨੂੰ ਚਲਾਉਣਗੇ ਕਬੂਲ ਆ। ਪਰ ਜਿਹੜਾ ਵਿਗੜਿਆ ਹੋਇਆ ਉਹਨੇ ਮਾਂ ਪਿਓ ਦੀ ਇੱਕ ਵੀ ਸੁਣਨੀ ਨਹੀਂ। ਹਾਲੇਲੂਇਆ। ਸੋ ਬੁੱਧ ਕੀ ਹੋ ਗਈ ਭਲਾ? ਵਿਗੜ ਗਈ। ਤੀਜੀ ਗੱਲ ਕੀ ਹੈ ਭਲਾ? ਪਾਪੀ ਦੀ ਬੁੱਧ ਕੀ ਹੋ ਗਈ ਆ? ਤੇ ਇੱਧਰ ਵੀ ਪ੍ਰਭੂ ਦਾ ਬਚਨ ਇਸ ਪਾਪੀ ਲਈ ਕੀ ਕਹਿੰਦਾ, ਜਿਹੜਾ ਪਾਪ ਤੋਂ ਛੁਟਕਾਰਾ ਪਾ ਗਿਆ ਆ? ਰੋਮੀਓ 12:2 ਅਤੇ ਇਸ ਸੰਸਾਰ ਦੇ ਰੂਪ ਜਿਹੇ ਨਾ ਬਣੋ, ਹਾਂ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ। ਬੁੱਧ ਦੇ ਕੀ ਹੋ ਜਾਣ ਕਾਰਨ? ਨਵੇਂ ਹੋ ਜਾਣ ਕਰਕੇ। ਉਧਰ ਬੁੱਧ ਵਿਗੜੀ ਹੋਈ ਆ ਪਾਪੀ ਦੀ, ਜਦੋਂ ਹਾਲਤ ਦੇਖਦੇ ਆ, ਤੇ ਇੱਧਰ ਜਦੋਂ ਪ੍ਰਭੂ ਵੱਲ ਮੁੜਦਾ ਆ, ਪਾਪ ਤੋਂ ਮਾਫੀ ਮੰਗ ਲੈਂਦਾ, ਤੇ ਬੁੱਧ ਕੀ ਹੋ ਜਾਂਦੀ ਆ? ਨਵੀਂ। ਹਾਲੇਲੂਇਆ। ਮੰਨ ਲਓ ਇੱਕ ਗੱਡੀ ਦਾ ਐਕਸੀਡੈਂਟ ਹੋ ਗਿਆ, ਉਹਦਾ ਮੂੰਹ ਮਾਂ ਟੁੱਟ ਗਿਆ, ਸ਼ੀਸ਼ੇ ਟੁੱਟ ਗਏ, ਬੱਤੀਆਂ ਬੁੱਝ ਗਈਆਂ, ਸਾਰਾ ਇਦਾਂ ਦੀ ਹਾਲਤ ਹੋ ਗਈ। ਤੇ ਜਦੋਂ ਉਹਨੂੰ ਲੈ ਗਏ ਉੱਥੇ ਰਿਪੇਅਰ ਵਾਲੀ ਥਾਂ ਤੇ, ਇੰਸ਼ੋਰੈਂਸ ਵਾਲਿਆਂ ਨੇ ਪੂਰੀ ਜ਼ਿੰਮੇਵਾਰੀ ਲਈ ਸੀ, ਕੋਈ ਸਾਡੀ ਜ਼ਿੰਮੇਵਾਰੀ ਆ, ਤੇਰੀ ਗੱਡੀ ਜਿਉਂ ਦੀ ਤਿਉਂ ਕਰਕੇ ਦੇਵਾਂਗੇ। ਹਾਲੇਲੂਇਆ। ਤੇ ਪ੍ਰਮਾਤਮਾ ਦੀ ਇਸ ਜੀਵਨ ਦੀ ਗੱਡੀ ਨੂੰ ਕੀ ਕਰ ਸਕਦਾ? ਜਿਉਂ ਦੀ ਤਿਉਂ ਕਰ ਸਕਦਾ। ਇਹ ਜਿਹੜਾ ਅਦਨ ਦੇ ਬਾਗ ਚੋਂ ਆਦਮ ਵਿਗੜ ਗਿਆ ਸੀਗਾ, ਐਕਸੀਡੈਂਟ ਐਸਾ ਤਕੜਾ ਹੋਇਆ ਸੀ, ਪਰ ਖੱਚੇ ਉੜ ਗਏ ਸੀਗੇ। ਹਾਲੇਲੂਇਆ। ਉਹਦੇ ਕੋਲ ਵੀ ਇੰਸ਼ੋਰੈਂਸ ਆ ਸਾਡੇ ਲਈ, ਉਹ ਵੀ ਸਾਨੂੰ ਕੀ ਕਰ ਸਕਦਾ ਹੈ? ਰਿਪੇਅਰ ਕਰ ਸਕਦਾ, ਸਾਡੇ ਟੁੱਟੇ ਦਿਲਾਂ ਨੂੰ ਜੋੜ ਸਕਦਾ, ਸਾਡੀ ਵਿਗੜੀ ਹੋਈ ਹਾਲਤ ਨੂੰ ਕੀ ਕਰ ਸਕਦਾ ਹੈ? ਠੀਕ ਕਰ ਸਕਦਾ। ਹਾਲੇਲੂਇਆ। ਸੋ ਉਹ ਪ੍ਰਮਾਤਮਾ ਕੀ ਕਰਦਾ ਆ? ਵਿਗੜੇ ਹੋਏ ਦਿਲ ਨੂੰ ਕੀ ਕਰ ਦਿੰਦਾ ਹੈ ਭਲਾ? ਨਵਾਂ ਕਰ ਦਿੰਦਾ। ਸਾਡੇ ਚ ਕੋਈ ਹੈ ਭੈਣ ਭਰਾ ਜਿਹੜਾ ਆਪਣੇ ਬੁੱਧ ਨੂੰ ਕੀ ਕਰਵਾਉਣਾ ਚਾਹੁੰਦਾ ਆ? ਨਵੀਂ ਕਰਵਾਉਣਾ ਚਾਹੁੰਦਾ। ਨਵੀਂ ਬੁੱਧ ਦਾ ਮਤਲਬ ਹੁਣ ਪੁਰਾਣੀਆਂ ਗੱਲਾਂ ਇਹਦੇ ਵਿੱਚ ਕੋਈ ਵੀ ਰਹਿਣੀਆਂ ਨਹੀਂ। ਨਵੇਂ ਮੋਬਾਈਲ ਦਾ ਕੀ ਮਤਲਬ ਹੈ ਭਲਾ? ਪੁਰਾਣਾ ਮੋਬਾਈਲ ਸੀਗਾ, ਉਹ ਪਾਣੀ 'ਚ ਪੈ ਗਿਆ, ਖਤਮ ਹੋ ਗਿਆ ਪ੍ਰੋਗਰਾਮ, ਉਹ ਸਾਰਾ ਡਾਟਾ ਕੀ ਹੋ ਗਿਆ? ਉੜ ਗਿਆ। ਹੁਣ ਫੋਨ ਕਿਹੜਾ ਆ ਗਿਆ ਵੀ ਸਾਡੇ ਕੋਲ? ਨਵਾਂ। ਇਹਦੇ 'ਚ ਪ੍ਰੋਗਰਾਮ ਵੀ ਕਿਹੜੇ ਚੱਲਣੇ ਆ? ਨਵੇਂ। ਹਾਲੇਲੂਇਆ। ਇਸੇ ਤਰੀਕੇ ਨਾਲ ਪ੍ਰਮਾਤਮਾ ਸਾਡੇ ਜਦੋਂ ਬੁੱਧ ਨੂੰ ਨਵਾਂ ਕਰ ਦਿੰਦਾ ਆ, ਫਿਰ ਉਹ ਵਿਗੜੀ ਰਹਿੰਦੀ ਨਹੀਂ। ਇਸ ਲਈ ਜੇਕਰ ਇਹ ਚੀਜ਼ਾਂ ਤੋਂ ਆਪਾਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਅੱਗੇ ਕਾਫੀ ਗੱਲਾਂ ਆ ਜਿਹੜੀਆਂ ਸਾਡੇ ਸਿੱਖਣ ਲਈ ਆ, ਸਮਝਣ ਲਈ ਆ, ਕਿਉਂਕਿ ਸਾਡਾ ਬੰਦਗੀ ਦਾ ਮਕਸਦ ਹੈ ਤੁਸੀਂ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਲਓ। ਚਿੰਤਾ ਨਾ ਕਰੋ ਕਿ ਖਾਵਾਂਗੇ, ਕੀ ਪੀਵਾਂਗੇ, ਕੀ ਪਹਿਨਾਂਗੇ। ਹਾਲੇਲੂਇਆ। ਉਹ ਪ੍ਰਮਾਤਮਾ ਨੂੰ ਤੁਹਾਡੇ ਕੀ ਆ ਭਲਾ? ਚਿੰਤਾ ਆ। ਉਹ ਟਾਈਮ ਤੇ ਤੁਹਾਡੇ ਬਿਜ਼ਨਸ ਨੂੰ ਸੈੱਟ ਕਰੂਗਾ, ਟਾਈਮ ਤੇ ਤੁਹਾਡੇ ਵਿਗੜੇ ਮਸਲਿਆਂ ਨੂੰ ਸੈੱਟ ਕਰ ਦੂਗਾ। ਤੁਸੀਂ ਆਪਣੇ ਮਸਲਿਆਂ ਲਈ ਪ੍ਰਮਾਤਮਾ ਕੋਲ ਨਹੀਂ ਆਉਣਾ, ਤੁਸੀਂ ਪ੍ਰਮਾਤਮਾ ਕੋਲ ਆਉਣਾ ਕਿ ਮੈਂ ਉਸ ਪ੍ਰਮਾਤਮਾ ਨੇ ਜਿਹਨੇ ਮੈਨੂੰ ਬਣਾਇਆ, ਮੈਂ ਉਹਨੂੰ ਜਾਣਨਾ ਚਾਹੁੰਦਾ, ਉਹਦੀ ਇੱਛਾ ਮੇਰੇ ਲਈ ਕੀ ਆ, ਮੈਂ ਉਹਨੂੰ ਸਮਝਣਾ ਚਾਹੁੰਦਾ। ਸੋ ਆਓ ਫਿਰ ਆਪਣੇ ਆਪਣੇ ਦਿਲ ਤੇ ਹੱਥ ਰੱਖ ਲਓ, ਪ੍ਰਾਰਥਨਾ ਕਰਦੇ ਹਾਂ। ਖੁਦਾਵੰਦ ਤੇਰੀ ਤਾਰੀਫ ਧੰਨਵਾਦ ਹੋ ਅੱਜ ਦੇ ਅੱਛੇ ਸਮੇਂ ਲਈ, ਜਦੋਂ ਅਸੀਂ ਸੁਣਿਆ ਦੋ ਹਾਲਤਾਂ ਤੱਕ ਔਰ ਫਿਰ ਉਹਦੀ ਬੁੱਧ ਵੀ ਵਿਗੜ ਗਈ ਆ, ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਭੂ ਕਹਿੰਦੇ ਕੋਈ ਮੇਰਾ ਭੈਣ ਭਰਾ ਇਦਾਂ ਦਾ ਬੈਠਾ ਜਿਹੜਾ ਤੈਨੂੰ ਸੱਚੀ ਮੁੱਚੀ ਜਾਣਨਾ ਚਾਹੁੰਦਾ ਆ, ਅੱਜ ਰਾਤ ਉਹਦੇ ਨਾਲ ਗੱਲ ਕਰ। ਲੋਕਾਂ ਨੂੰ ਤੇਰੀ ਸੱਚਾਈ ਸਮਝ ਆ ਜਾਏ। ਇਸ ਘਰ ਨੂੰ ਬੜੀ ਬਰਕਤ ਹੈ ਜਿਹਦੇ ਵਸੀਲੇ ਨਾਲ ਇਹ ਸੱਚਾਈ ਇਸ ਸ਼ਹਿਰ ਵਿੱਚ ਆ ਚੁੱਕੀ ਹੈ, ਔਰ ਪ੍ਰਭੂ ਇਹ ਸੱਚਾਈ ਫੈਲਦੀ ਜਾਵੇ, ਹਰ ਘਰ ਦੇ ਵਿੱਚ ਸੱਚਾਈ ਦੀ ਜੋਤ ਜਗ ਜਾਏ, ਐਸੀ ਕਿਰਪਾ ਕਰ ਦੇਣਾ। ਇੱਥੇ ਜਿੰਨੇ ਵੀ ਬੈਠੇ ਆ ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਹਾਂ ਅਗਰ ਉਹਨਾਂ ਦੇ ਵਿੱਚ ਕੋਈ ਸਰੀਰ ਦਾ ਰੋਗ ਪਾਇਆ ਜਾਂਦਾ ਹੈ, ਤੇਰੇ ਵਚਨ ਦੇ ਅਨੁਸਾਰ ਉਹ ਜੜ ਤੋਂ ਉਖੜ ਜਾਏ, ਔਰ ਜੋ ਵੀ ਮਸਲਾ ਆ ਤੇਰੇ ਸਵਰਗ ਚੋਂ ਹੱਲ ਕੀਤਾ ਜਾਏ, ਔਰ ਤੇਰੇ ਪਵਿੱਤਰ ਆਤਮਾ ਉਹਨਾਂ ਦੇ ਵਿੱਚ ਉਡੇਲ ਦਿੱਤਾ ਜਾਵੇ ਤੇਰੇ ਪ੍ਰੇਮ ਦੇ ਰੂਪ ਦੇ ਵਿੱਚ। ਵੱਡੀ ਕਿਰਪਾ ਕਰੋ। ਔਰ ਕੱਲ ਦੀਆਂ ਵੀ ਜੋ ਕਲਾਸਾਂ ਹੋਣਗੀਆਂ ਤੇਰੇ ਜਲਾਲੀ ਹੱਥ ਸੌਂਪਦੇ, ਅੱਜ ਰਾਤ ਵੀ ਸਾਡੀ ਸਾਰਿਆਂ ਦੀ ਰਾਖੀ ਕਰਨਾ, ਸਭਨਾਂ ਦੇ ਸਾਥ ਹੋਣਾ।
ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਪਾਤਸ਼ਾਹ ਕੌਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਪਸੰਦ ਆਉਂਦਾ ਹੁੰਦੀ ਰਹੇ। ਆਮੀਨ। ਹਾਲੇਲੂਇਆ। ਰੱਬ ਸਾਰਿਆਂ ਨੂੰ ਬਰਕਤ ਦੇ। ਆਪਣੀ ਥਾਂ ਤੇ